ਹੈਲੋ ਸਟੂਡੈਂਟਸ ਵੈਲਕਮ। ਸੋ ਹੋਪ ਤੁਹਾਡੀ ਜੋ ਪੰਜਾਬ ਪੁਲਿਸ ਕਾਂਸਟੇਬਲ ਦੀ ਤਿਆਰੀ ਹੈ ਉਹ ਵਧੀਆ ਚੱਲ ਰਹੀ ਹੋਊਗੀ, ਕਿਉਂਕਿ ਇਸ ਵਾਰ ਨੰਬਰ ਆਫ ਵੈਕੈਂਸੀਜ਼ ਵੀ ਵਧੀਆ ਆਣੀਆਂ ਵਾ। 3400 ਵੈਕੈਂਸੀਆਂ 26 ਦੇ ਵਿੱਚ ਆਣੀਆਂ ਵਾ। ਸੋ ਉਹਨੂੰ ਦੇਖਦੇ ਹੋਏ 2025 ਦੇ ਵਿੱਚ ਜਿੰਨੇ ਵੀ ਐਗਜ਼ਾਮ ਹੋਏ ਆ ਪੰਜਾਬ ਪੁਲਿਸ ਕਾਂਸਟੇਬਲ ਦੇ, ਜਿੰਨੀਆਂ ਵੀ ਸ਼ਿਫਟਾਂ ਹੋਈਆਂ ਉਹਦੇ ਵਿੱਚ ਜਿੰਨਾ ਵੀ ਮੈਥਸ ਆਇਆ ਵਾ ਉਹ ਸਾਰਾ ਦਾ ਸਾਰਾ ਅਸੀਂ ਡਿਸਕਸ ਕਰਾਂਗੇ। ਠੀਕ ਹੈ, ਅੱਜ ਆਪਾਂ ਚੌਥੀ ਸ਼ਿਫਟ ਕਰ ਰਹੇ ਹਾਂ। ਅਗਰ ਤੁਸੀਂ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਪਹਿਲੀਆਂ 3 ਸ਼ਿਫਟਾਂ ਤੁਸੀਂ ਪਲੇਲਿਸਟ ਦੇ ਵਿੱਚ ਦੇਖ ਸਕਦੇ ਹੋ। ਠੀਕ ਹੈ, ਸੋ ਇਹਦੀ PDF ਅਗਰ ਤੁਸੀਂ ਚਾਹੁੰਦੇ ਹੋ ਤਾਂ ਉਹ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜਾਊਗੀ। ਫਿਲਹਾਲ ਮੈਂ ਸ਼ਿਫਟ ਬਾਈ ਸ਼ਿਫਟ ਕਰਾ ਰਿਹਾ ਵਾਂ, ਬਾਅਦ ਵਿੱਚ ਮੈਂ ਤੁਹਾਨੂੰ ਟੌਪਿਕ ਵਾਈਜ਼ ਟੌਪਿਕ ਜੋ ਹੈ ਇੱਕ ਵਾਰ ਇਕੱਠੇ ਕਰਕੇ ਕੁਐਸਚਨਸ PDF ਵੀ ਪੁੱਟ ਕਰ ਦੂੰਗਾ ਤੇ ਤੁਹਾਨੂੰ ਜੋ ਹੈ ਵੀਡੀਓ ਵੀ ਬਣਾ ਦੂੰਗਾ। ਠੀਕ ਹੈ, ਤੁਸੀਂ ਟੈਲੀਗ੍ਰਾਮ ਦਾ ਚੈਨਲ ਜੋ ਹੈ ਜਿਹਦਾ ਕਿ ਲਿੰਕ ਡਿਸਕ੍ਰਿਪਸ਼ਨ ਬਾਕਸ 'ਚ ਦਿੱਤਾ ਹੋਇਆ ਉਹਨੂੰ ਜੁਆਇਨ ਕਰ ਲਓ। ਤੁਹਾਨੂੰ ਸਾਰਾ ਕੰਟੈਂਟ ਜਿਹੜਾ ਵਾ ਉੱਥੇ ਮਿਲੂਗਾ, ਵੀਡੀਓਜ਼ ਤੁਹਾਨੂੰ YouTube ਦੇ ਚੈਨਲ ਤੇ ਮਿਲਦੀਆਂ ਰਹੂਗੀਆਂ। ਠੀਕ ਹੈ, ਸੋ ਜਿਹੜੀ ਇਹ ਸ਼ਿਫਟ ਹੈ ਸਾਡੇ ਕੋਲ 3 ਜੂਨ ਦੀ ਸ਼ਿਫਟ ਹੈ 2 ਵਜੇ ਤੋਂ ਲੈ ਕੇ 5 ਵਜੇ 5 PM ਵਾਲੀ। ਠੀਕ ਹੈ ਜੀ, ਸਟਾਰਟ ਕਰਦੇ ਹਾਂ। ਪਹਿਲਾ ਕੁਐਸਚਨ ਅਗੇਨ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਸਾਡੇ ਕੋਲ ਇੱਥੇ ਬੱਚਿਆਂ ਦੇ 40 ਚੋਂ 38 ਨੰਬਰ ਆਏ ਆ ਕੁਆਂਟ ਰੀਜ਼ਨਿੰਗ ਮਿਲਾ ਕੇ। ਠੀਕ ਹੈ, 80+ ਮਾਰਕਸ ਹੈ। ਫਿਜ਼ੀਕਲ ਕਲੀਅਰ ਹੋ ਗਏ ਉਹਨਾਂ ਦੇ, ਹੁਣ ਆਲਮੋਸਟ ਡਨ ਹੈ ਕਿ ਉਹਨਾਂ ਦੀ ਜਿਹੜੀ ਸੀਟ ਹੈ ਪੱਕੀ ਹੈ ਕਾਂਸਟੇਬਲ ਦੀ। ਠੀਕ ਹੈ ਜੀ, ਚਲੋ ਪਹਿਲਾ ਕੁਐਸਚਨ ਬਹੁਤ ਈਜ਼ੀ ਹੈ, ਸਿੰਪਲੀਫਿਕੇਸ਼ਨ ਦਾ ਕੁਐਸਚਨ ਹੈ ਕਿ 3 ਤੇ 7 ਕਿੰਨੇ ਹੋ ਗਏ 10। 9 ਦੇ ਵਿੱਚੋਂ 10 ਜਦੋਂ ਮੈਂ ਮਾਈਨਸ ਕਰਦਾ ਵਾਂ ਤਾਂ ਆਨਸਰ ਕਿੰਨਾ ਆਉਂਦਾ ਵਾ -1। ਹੁਣ 4 ਇੱਥੇ ਕੀ ਲਿਖਿਆ ਮਾਈਨਸ, ਇੱਥੇ ਵੀ ਮਾਈਨਸ ਹੈ। ਮਾਈਨਸ ਮਾਈਨਸ ਕੀ ਹੋ ਜਾਊਗਾ ਪਲੱਸ, ਇਹਦਾ ਮਤਲਬ ਇਹਦਾ ਟੋਟਲ ਆ ਜਾਊਗਾ ਸਾਡੇ ਕੋਲ ਕਿੰਨਾ 5। ਹੁਣ 23 ਦੇ ਵਿੱਚੋਂ ਜਦੋਂ ਮੈਂ 5 ਮਾਈਨਸ ਕਰੂੰਗਾ ਤਾਂ ਆਨਸਰ ਕਿੰਨਾ ਆ ਜਾਊਗਾ 18। ਸਾਡਾ ਆਪਸ਼ਨ ਕੀ ਹੈ ਤੀਸਰਾ। ਠੀਕ ਹੈ ਜੀ, ਸੋ ਪਹਿਲੇ ਵੀ ਅਸੀਂ ਸੈਟਸ ਸੋਲਵ ਕੀਤੇ ਹੈ ਸਿਮਿਲਰ ਤਰ੍ਹਾਂ ਦੇ ਕੁਐਸਚਨਸ ਹੈ। ਈਵਨ 2024 ਦੇ ਵਿੱਚ ਬਹੁਤ ਸਾਰੇ ਕੁਐਸਚਨਸ ਆਪਾਂ ਕਰਾਏ ਸੀਗੇ ਜੋ ਕਿ 2024 ਚ ਆਏ ਸੀ ਪੇਪਰ ਦੇ ਵਿੱਚ TCS ਨੇ। ਸੇਮ ਟਾਈਪ ਸੇਮ ਕੁਐਸਚਨ 25 ਦੇ ਵਿੱਚ ਆਏ ਆ, ਤਾਂ ਆਪਾਂ ਐਕਸਪੈਕਟ ਕਰ ਰਹੇ ਹਾਂ 26 ਚ ਵੀ ਇਦਾਂ ਹੀ ਚੱਲੂਗਾ। ਠੀਕ ਹੈ ਜੀ, ਨੈਕਸਟ ਕੁਐਸਚਨ ਦੇਖਦੇ ਹਾਂ। ਇਹ ਕੁਐਸਚਨ ਵੀ ਪਹਿਲਾਂ 2 ਸ਼ਿਫਟਾਂ 'ਚ ਕਰ ਚੁੱਕੇ ਹਾਂ, 3 ਦੇ ਵਿੱਚੋਂ 2 ਸ਼ਿਫਟਾਂ 'ਚ, ਹੁਣ ਇਹ ਚੌਥੀ ਸ਼ਿਫਟ 'ਚ 3 ਸ਼ਿਫਟਾਂ 'ਚ ਆ ਗਿਆ। ਸੋ ਕੁਐਸਚਨ ਈਜ਼ੀ ਹੈ। ਦੇਖੋ ਇਹਨੂੰ ਮੈਂ ਕਿੱਦਾਂ ਲਿਖ ਸਕਦਾ ਵਾਂ 13 × 13 × 13, ਤੇ ਕਿਉਂਕਿ ਡੈਸੀਮਲ ਇੱਕ ਸੀਗਾ ਇੱਥੇ ਲਿਖ ਦਾਂਗੇ 10, ਇੱਥੇ ਲਿਖ ਦਾਂਗੇ 10, ਇੱਥੇ ਲਿਖ ਦਾਂਗੇ 10, ਮਾਈਨਸ ਵਿੱਚ ਮਾਈਨਸ ਹੈ ਅਗੇਨ 13 × 13 × 13, 13 13। ਠੀਕ ਹੈ, ਸੋ ਇੱਥੇ ਆ ਜਾਊਗਾ ਮੇਰੇ ਕੋ, ਕਿਉਂਕਿ ਇੱਥੇ 2 ਨੰਬਰ ਤੋਂ ਪਹਿਲਾਂ ਡੈਸੀਮਲ ਹੈ 100 × 100 × 100, ਇਹਦਾ ਮਤਲਬ 6 0 ਹੈ, ਇੱਥੇ 3 0 ਹੈ ਔਰ ਨੀਚੇ ਸਾਡੇ ਕੋਲ ਕਿੰਨਾ ਵਾ 13 × 13 × 13। ਹੁਣ ਧਿਆਨ ਨਾਲ ਦੇਖੋ ਕਿ ਉੱਪਰ ਵਾਲੇ ਨੰਬਰ ਤੋਂ 13 × 13 × 13 ਆਪਾਂ ਕਾਮਨ ਲੈ ਸਕਦੇ ਹਾਂ, 13 × 13 × 13। ਠੀਕ ਹੈ, ਹੁਣ ਧਿਆਨ ਨਾਲ ਦੇਖੋ, ਹੁਣ 13 13 ਜਿਹੜਾ ਕਾਮਨ ਰਹਿ ਗਿਆ ਇੱਥੇ ਕੀ ਰਹਿ ਜਾਣਾ 1/10 × 1/10 × 1/10। ਠੀਕ ਹੈ, ਮਾਈਨਸ 1/100 × 1/100 × 1/100। ਔਰ ਨੀਚੇ ਕੀ ਨੰਬਰ ਹੈ, ਨੀਚੇ ਨੰਬਰ ਹੈ ਸਾਡੇ ਕੋਲ 13 × 13 × 13। ਹੁਣ ਇਹ ਸਾਡੇ ਕੋਲ ਕੱਟ ਹੋ ਜਾਊਗਾ, ਬਚਿਆ ਕਿੰਨਾ ਇੰਨਾ। ਹੁਣ ਧਿਆਨ ਦਿਓ ਇੱਥੇ ਮੇਰੇ ਕੋਲ 3 0 ਹੈ, ਸਿੰਪਲੀਫਾਈ ਕਰ ਲੈਣੇ, ਇੱਥੇ 3 0 ਹੈ, ਇੱਥੇ ਸਾਡੇ ਕੋਲ ਹੈ 6 0। ਹੁਣ ਜਦੋਂ LCM ਲਵਾਂਗੇ ਅਸੀਂ ਤਾਂ 6 0 ਆ ਜਾਓਗੇ LCM। ਹੁਣ ਇਹ ਨੰਬਰ ਸੀ 3 0, ਹੁਣ 3 ਤੋਂ 6 ਬਣਾਉਣੇ ਹੋਣ ਤਾਂ ਆਪਾਂ 1000 ਨਾਲ ਮਲਟੀਪਲਾਈ ਕਰਾਂਗੇ, ਇੱਥੇ ਤਾਂ ਆਲਰੇਡੀ ਇੰਨਾ ਹੀ ਸੀਗਾ ਤੇ ਕੀ ਆ ਗਿਆ 1। ਹੁਣ ਦੇਖੋ ਮੇਰੇ ਕੋਲ ਨੰਬਰ ਇੱਥੇ ਕੀ ਆਊਗਾ 1000 ਚੋਂ ਇੱਕ ਗਏ 999। ਹੁਣ ਤੁਸੀਂ ਦੇਖੋ ਕਿ 6 0 ਹੈ, 6 ਨੰਬਰ ਤੋਂ ਪਹਿਲਾਂ ਡਾਟ ਆਣੀ ਚਾਹੀਦੀ ਹੈ, 6 ਨੰਬਰ ਤੋਂ ਪਹਿਲਾਂ। ਦੇਖੋ 99 ਤਾਂ ਸਾਰਿਆਂ 'ਚ ਹੀ ਆਪਸ਼ਨ ਹੈ, 3 ਇੱਥੇ ਵੀ ਹੈਗੇ, 3 ਇੱਥੇ ਵੀ, 3 ਇੱਥੇ ਵੀ, 3 ਇੱਥੇ ਵੀ। ਸਾਨੂੰ 6 ਤੋਂ ਪਹਿਲਾਂ ਲਗਾਉਣਾ ਵਾ, 6 ਤੋਂ ਪਹਿਲਾਂ ਮਤਲਬ ਕਿ 3 ਨੰਬਰ ਦਿੱਤੇ ਹੋਏ 3 0 ਲਗਾਓ, ਇਸ ਤੋਂ ਪਹਿਲਾਂ ਡਾਟ ਲੱਗਣੀ ਹੈ। ਸੋ 3 0 ਤੋਂ ਪਹਿਲਾਂ ਡਾਟ, ਪਹਿਲਾ ਆਪਸ਼ਨ ਸਾਡਾ ਠੀਕ ਹੈ। ਇਹਦੇ ਵਿੱਚ 2 0 ਹੈ, ਇਹਦੇ 'ਚ 4 ਹੈ ਤੇ ਇਹਦੇ 'ਚ 1 ਹੈ, ਸੋ ਸਾਡੇ ਕੋਲ 3 ਵਾਲਾ ਆਊਗਾ। ਟੋਟਲ ਕਿੰਨੇ ਹੋ ਗਏ 6। ਠੀਕ ਹੈ ਜੀ, ਸਮਝ ਗਏ। ਸੋ ਇਹ ਕੈਲਕੂਲੇਸ਼ਨ ਤੁਸੀਂ ਪੇਪਰ 'ਚ ਨਹੀਂ ਕਰਨੀ, ਤੁਸੀਂ 13 ਦੇ 13 ਪਹਿਲਾਂ ਹੀ ਕੱਟ ਦੇਣਾ ਵਾ, ਜੋ ਬਚ ਗਿਆ ਆਨਸਰ ਉਹ ਲਿਖਣਾ ਵਾ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ 'ਚ ਕੀ ਕਹਿ ਰਿਹਾ ਵਾ, ਦੇਖੋ ਸਕੁਏਅਰਸ, ਕਿਊਬਸ, ਅੰਡਰ ਰੂਟਸ ਇਹ ਨਿਕਾਲਣੇ ਆਣੇ ਚਾਹੀਦੇ ਹੈ। ਮੈਨੂੰ 512 ਨੰਬਰ ਦੇਖ ਕੇ ਪਤਾ ਹੋਣਾ ਚਾਹੀਦਾ ਕਿਹਦਾ ਕਿਊਬ ਹੈ। ਸੋ ਅਸੀਂ ਇੱਥੇ 20 ਤੱਕ ਤੇ ਕਿਊਬ ਵੀ ਯਾਦ ਕਰਵਾਉਂਦੇ ਆ, ਸੋ ਜਿਹਦੇ ਵਿੱਚੋਂ 512 ਜਿਹੜਾ ਵਾ ਇੱਥੇ ਦੇਖੋ 3 ਰੂਟ ਲਿਖਿਆ ਵਾ, ਕਿਹਦਾ ਕਿਊਬ ਹੈ 8 ਦਾ ਕਿਊਬ ਹੈ। ਅਗਰ ਇੱਥੇ ਮੈਂ ਲਿਖੂੰਗਾ, ਇੱਥੇ ਕੀ ਲਿਖੂੰਗਾ 8, ਇਹ ਕਿਹਦਾ ਸਕੁਏਅਰ ਹੈ। ਦੇਖੋ ਜਦੋਂ ਨੰਬਰ ਨਹੀਂ ਲਿਖਿਆ ਹੁੰਦਾ ਤਾਂ √2 ਹੁੰਦਾ ਵਾ, ਇੱਥੇ ਕਿੰਨਾ ਆ ਜਾਊਗਾ 6। ਇੱਥੇ ਲਿਖ ਲਓ y, ਅਸੀਂ y ਦੀ ਵੈਲਿਊ ਦੱਸਣੀ ਹੈ, ਸਿੰਪਲੀਫਿਕੇਸ਼ਨ ਦਾ ਕੁਐਸਚਨ ਹੈ। ਠੀਕ ਹੈ, ਹੁਣ ਆਹ ਵਾਲਾ ਪਾਰਟ ਅਸੀਂ ਸੋਲਵ ਕਰ ਚੁੱਕੇ ਹਾਂ। ਹੁਣ ਇੱਥੇ ਕਹਿ ਰਿਹਾ ਵਾ ਕਿ 15% ਆਫ 20, ਧਿਆਨ ਨਾਲ ਸੁਣੋ ਕੀ ਕਹਿ ਰਿਹਾ ਵਾ 15% ਆਫ 20।
किसी भी नंबर ਦਾ ਪਰਸੈਂਟੇਜ ਨਿਕਾਲਦੇ ਹੋ ਨੰਬਰ ਆਪ ਹੀ 100% ਹੁੰਦਾ ਵਾ ਇਹਦਾ 10% 2 ਹੈ 10% ਕਿੰਨਾ ਹੈ 2 ਤੇ ਮੈਂ 15 ਕਰਨਾ 5 ਇਹ ਤੋਂ ਅੱਧਾ ਵਾ ਤੇ ਇੱਥੇ ਅੱਧਾ ਕਰਾਂਗੇ ਤਾਂ 1 ਇਹਦਾ ਮਤਲਬ ਆਨਸਰ ਕੀ ਆਊਗਾ 3 ਇਹਦਾ ਆਨਸਰ ਕਿੰਨਾ ਆ ਜਾਊਗਾ ਸਾਡੇ ਕੋਲ ਇੱਥੇ ਲਿਖ ਦਵਾਂ 3 ਮਾਈਨਸ ਇੱਥੇ ਹੈ 2/6 ਇਨਟੂ ਬਾਕੀ ਦਾ ਨੰਬਰ ਹੈ ਹੁਣ ਇਹ ਮਲਟੀਪਲੀਕੇਸ਼ਨ ਚ ਆ ਗਿਆ 6 ਦੇ ਨਾਲ 6 ਕੈਂਸਲ ਹੋ ਜਾਊਗਾ 8 into 2 ਕਿੰਨਾ ਹੁੰਦਾ ਮਲਟੀਪਲੀਕੇਸ਼ਨ ਚ 16 3 ਦੇ ਵਿੱਚੋਂ 16 ਘਟਾਣੇ ਆ 16 ਦੇ ਵਿੱਚੋਂ 3 ਘਟਾਵਾਂਗੇ 16 ਵਿੱਚੋਂ 3 ਘਟਾਵਾਂਗੇ ਤਾਂ 13 ਆਊਗਾ ਕਿਉਂਕਿ ਪਰ ਮਾਈਨਸ ਵਾਲਾ ਨੰਬਰ ਵੱਡਾ ਵਾ ਸਾਡਾ ਆਨਸਰ ਆਊਗਾ -30 ਠੀਕ ਹੈ ਜੀ ਲੱਗੀ ਗੱਲ ਸਮਝ ਇਹ ਆਫ ਵਾਲਾ ਸੋਲਵ ਕਰ ਦਿੱਤਾ ਮਾਈਨਸ ਤੋਂ ਬਾਅਦ ਮਲਟੀਪਲੀਕੇਸ਼ਨ ਵਾਲੇ ਸਾਰੇ ਇਕੱਠੇ ਸੋਲਵ ਕਰ ਦਿੱਤੇ ਇੱਥੇ ਠੀਕ ਹੈ ਜੀ ਲੱਗੀ ਗੱਲ ਸਮਝ ਚਲੋ ਨੈਕਸਟ ਕੁਐਸਚਨ ਦੇਖਦੇ ਹਾਂ ਨੈਕਸਟ ਕੁਐਸਚਨ ਚ ਕਹਿ ਰਿਹਾ ਵਾ ਕਿ ਮਹੇਸ਼ ਸੋਲਡ 165 ਚੇਅਰਸ ਐਂਡ ਹੈਡ ਅ ਗੇਨ ਇਕੁਅਲ ਟੂ ਸੈਲਿੰਗ ਪ੍ਰਾਈਸ ਆਫ 99 ਚੇਅਰਸ 2024 ਚ ਵੀ ਸੇਮ ਕੁਐਸਚਨ ਆਏ ਸੀ ਕਲਾਸ ਦੇ ਵਿੱਚ ਕਰਾਏ ਹੋਏ ਕੁਐਸਚਨਸ ਹੈ ਮੈਂ ਤੁਹਾਨੂੰ ਦੱਸਿਆ ਸੀ ਕਿ ਇਹਦੇ ਵਿੱਚ ਕੀ ਦੇਖਣਾ ਹੁੰਦਾ ਵਾ ਕਿ ਗੇਨ ਕੀ ਹੈ ਗੇਨ ਹੋ ਰਿਹਾ ਵਾ ਸੈਲਿੰਗ ਪ੍ਰਾਈਸ ਆਫ 99 ਚੇਅਰ ਗੇਨ ਕਿੰਨਾ ਹੋ ਰਿਹਾ ਵਾ ਧਿਆਨ ਨਾਲ ਦੇਖੋ ਸੈਲਿੰਗ ਪ੍ਰਾਈਸ ਆਫ 99 ਚੇਅਰਸ ਹੁਣ ਧਿਆਨ ਨਾਲ ਸੁਣਿਓ ਅਸੀਂ ਨਾ ਇਹ ਤੇ ਫੋਕਸ ਕਰਨਾ ਹੁੰਦਾ ਵਾ ਕਿ ਪ੍ਰੋਫਿਟ ਕੀ ਹੋਇਆ ਵਾ ਸੈਲਿੰਗ ਪ੍ਰਾਈਸ ਹੁਣ ਮੈਂ ਮੰਨ ਲੂੰਗਾ ਦੇਖੋ ਟ੍ਰਾਂਜੈਕਸ਼ਨ ਕੀ ਹੋਈ ਹੈ ਟ੍ਰਾਂਜੈਕਸ਼ਨ ਦੇ ਵਿੱਚ 165 ਸ਼ੇਅਰਸ ਵੇਚੀਆਂ ਗਈਆਂ ਵਾ ਇੱਥੇ ਲਿਖਿਆ ਸੈਲਿੰਗ ਪ੍ਰਾਈਸ ਤਾਂ ਮੈਂ ਮੰਨ ਲੂੰਗਾ ਕਿ ਸੈਲਿੰਗ ਪ੍ਰਾਈਸ ਆਫ 165 ਚੇਅਰਸ ਜਿਹੜੀਆਂ ਵਾ ਉਹ 165 ਹੀ ਆ ਮਤਲਬ 1 ਰੁਪਏ ਦੀ ਇੱਕ ਚੇਅਰ ਹੈ ਪ੍ਰੋਫਿਟ ਕਿੰਨਾ ਹੋ ਗਿਆ ਸੈਲਿੰਗ ਪ੍ਰਾਈਸ ਆਫ ਦੇਖੋ ਵੇਚਣ ਵਾਲਾ ਪ੍ਰਾਈਸ ਇੱਕ ਚੇਅਰ ਦਾ 1 ਰੁਪਿਆ ਹੈ ਤਾਂ ਮੈਨੂੰ ਪ੍ਰੋਫਿਟ ਕੀ ਹੋਇਆ ਕਹਿੰਦਾ ਪ੍ਰੋਫਿਟ ਉਹਨਾਂ ਹੋਇਆ ਜਿੰਨੇ ਦੀਆਂ 99 ਚੇਅਰਸ ਵਿਕੀਆਂ 99 ਚੇਅਰਸ ਕਿੰਨੇ ਦੀਆਂ ਵਿਕੀਆਂ 99 ਦੀਆਂ ਸੋ 165 ਦੀਆਂ ਚੀਜ਼ਾਂ ਵੇਚੀਆਂ 99 ਰੁਪਏ ਪ੍ਰੋਫਿਟ ਹੋ ਗਿਆ ਤੇ ਸਾਨੂੰ ਕਾਸਟ ਪ੍ਰਾਈਸ ਕਿੰਨੇ ਦੀ ਪਈ ਸੀਗੀਆਂ ਚੇਅਰਸ 165 ਦੀ ਵੇਚ ਕੇ ਸਾਨੂੰ 99 ਪ੍ਰੋਫਿਟ ਹੋ ਗਿਆ 99 ਪ੍ਰੋਫਿਟ ਮਾਈਨਸ ਕਰ ਦਾਂਗੇ ਤਾਂ ਕੀ ਆ ਜਾਊਗਾ 66 ਇਹਦਾ ਮਤਲਬ ਕਾਸਟ ਪ੍ਰਾਈਸ ਕਿੰਨਾ ਵਾ 66 ਉਹ ਕਹਿੰਦਾ ਪ੍ਰੋਫਿਟ ਪਰਸੈਂਟੇਜ ਕਿੰਨਾ ਵਾ ਪ੍ਰੋਫਿਟ ਪਰਸੈਂਟੇਜ ਕੀ ਹੁੰਦਾ ਵਾ ਕਿ ਪ੍ਰੋਫਿਟ ਕਿੰਨਾ ਹੋਇਆ ਵਾ ਸਾਨੂੰ ਪ੍ਰੋਫਿਟ ਕਿੰਨਾ ਹੋਇਆ ਸੀ 99 ਪ੍ਰੋਫਿਟ ਹੁੰਦਾ ਹਮੇਸ਼ਾ ਕਾਸਟ ਪ੍ਰਾਈਸ ਤੇ ਕਾਸਟ ਪ੍ਰਾਈਸ ਕਿੰਨਾ ਵਾ 66 ਹੁਣ ਧਿਆਨ ਨਾਲ ਦੇਖੋ ਤੇ 33 ਦੇ ਟੇਬਲ 'ਚ ਆਉਂਦੇ ਆ 33 ਦੇ ਟੇਬਲ 'ਚ 2 33 ਦੇ ਟੇਬਲ 'ਚ 3 ਸੋ ਇਹ ਕਿੰਨਾ ਹੈਗਾ ਵਾ ਇਹਦਾ 1.5 ਗੁਣਾ ਵਾ ਠੀਕ ਹੈ 1.5 ਗੁਣਾ ਦਾ ਮਤਲਬ ਕਿੰਨਾ ਵਾ 150% 1.5 ਗੁਣਾ ਦਾ ਮਤਲਬ ਕਿੰਨਾ ਹੈ 150% ਠੀਕ ਹੈ ਸੋ ਅਗਰ ਮੈਂ ਇਹਨੂੰ 100 ਨਾਲ ਮਲਟੀਪਲਾਈ ਕਰਦੇ ਆਪਾਂ ਕਰਦੇ ਨਹੀਂ ਹੈ ਇੱਥੇ ਮੇਰੇ ਕੋਲ ਆ ਜਾਊਗਾ 50 into 3 ਕਿੰਨਾ ਹੋ ਗਿਆ 150% ਸੋ ਆਪਾਂ ਫੋਕਸ ਕੀ ਕਰਨਾ ਹੁੰਦਾ ਵਾ ਕਿ ਗੇਨ ਕਿਸ ਚੀਜ਼ ਦਾ ਹੋਇਆ ਸੈਲਿੰਗ ਪ੍ਰਾਈਸ ਦਾ ਵਾ ਤਾਂ ਮੈਂ ਸੈਲਿੰਗ ਪ੍ਰਾਈਸ ਨੂੰ ਅਸਿਊਮ ਕਰ ਲੂੰਗਾ ਕਾਸਟ ਪ੍ਰਾਈਸ ਦਾ ਤਾਂ ਕਾਸਟ ਪ੍ਰਾਈਸ ਦਾ ਕਰ ਲਾਂਗੇ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਦੇਖਦੇ ਹਾਂ ਅਗੇਨ ਇਹ ਪਿਛਲੇ ਸਾਲ 24 ਚ ਵੀ ਬਾਰ-ਬਾਰ ਆਇਆ ਸੀ 25 ਚ ਵੀ ਆ ਰਿਹਾ ਪਤਾ ਨਹੀਂ ਕਿਉਂ ਕੁਐਸਚਨ ਪੁੱਟ ਕਰ ਰਹੇ ਬੜਾ ਈਜ਼ੀ ਕੁਐਸਚਨ ਹੈ ਉਹ ਕਹਿੰਦਾ ਇੱਕ B ਦੇ 60 ਨੰਬਰ ਆਇਆ A ਦੇ 75 ਨੰਬਰ ਆਇਆ 80 ਚੋਂ ਦੱਸੋ A ਕਿੰਨੇ ਪਰਸੈਂਟ A ਦੇ ਮਾਰਕਸ ਜਿਹੜੇ ਉਹ B ਦੇ ਮਾਰਕਸ ਹੈ what percentage of A's ਮਾਰਕਸ ਬਸ ਮੈਨੂੰ ਲੱਗਦਾ ਹੈ ਲਾਈਨ ਕਰਕੇ ਹੀ ਪੁੱਟ ਕਰਦੇ ਕਿ ਬੱਚੇ ਇਹਨੂੰ ਕਿਦਾਂ ਸੋਲਵ ਕਰਦੇ ਆ what percentage of A's ਮਾਰਕਸ A ਦੇ ਮਾਰਕਸ ਦੇ ਕਿੰਨੇ ਪਰਸੈਂਟੇਜ ਜਿਹੜੇ ਆ B ਕੋ ਆਏ ਆ ਸੋ A ਨੂੰ ਅਗਰ ਮੈਂ 100% ਮੰਨ ਲਵਾਂ ਮੀਨਸ A 75 ਹੈ ਤਾਂ ਇਹਦੇ ਨੰਬਰ ਕਿੰਨੇ ਆਏ ਆ 60 ਇਹ ਪਰਸੈਂਟੇਜ ਕੱਢਣੀ ਆ 100 ਨਾਲ ਮਲਟੀਪਲਾਈ ਕਰਕੇ ਕੱਢਣੀ 100 ਨਾਲ ਕੱਢ ਲਓ ਨਹੀਂ ਤਾਂ ਇੱਕ ਹੋਰ ਤਰੀਕਾ ਕੀ ਹੈ ਜੋ ਅਸੀਂ ਦੇਖਦੇ ਆ ਕਿ 5 ਦੇ ਟੇਬਲ 'ਚ ਅਗਰ ਮੈਂ ਕੱਟ ਕਰੂੰਗਾ ਤਾਂ ਇੱਥੇ ਕਿੰਨਾ ਆ ਗਿਆ 15 ਇੱਥੇ ਕਿੰਨਾ ਆ ਜਾਊਗਾ 12 ਸੋ 12/15 ਦੀ ਕਟਿੰਗ ਫਿਰ 3 ਦੇ ਟੇਬਲ 'ਚ ਕਰਾਂਗੇ ਤਾਂ ਕੀ ਆਊਗਾ 4/5 1/5 20% ਹੁੰਦਾ ਵਾ 4/5 ਹੁੰਦਾ ਵਾ 80% ਸੋ ਸਾਡਾ ਆਨਸਰ ਹੋਊਗਾ 80% ਫੋਰਥ ਆਪਸ਼ਨ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਦੇਖਦੇ ਹਾਂ ਨੈਕਸਟ ਕੁਐਸਚਨ ਹੈ ਸਾਡੇ ਕੋਲ ਕਹਿੰਦਾ ਵਾਟਰ ਟੈਂਕ ਕੈਨ ਫਿਲ A water tank can be filled in 80 minutes by using 33 pipes 33 ਇੱਕ ਤਰ੍ਹਾਂ ਦੀਆਂ ਪਾਈਪਸ ਸੇਮ ਕੈਪੈਸਿਟੀ ਦੀਆਂ ਪਾਈਪ ਯੂਜ਼ ਕਰਕੇ ਟੈਂਕ ਨੂੰ 18 ਮਿੰਟ ਦੇ ਵਿੱਚ ਭਰਿਆ ਜਾ ਸਕਦਾ ਵਾ ਤਾਂ ਦੱਸੋ ਇਨ ਹਾਊ ਮੈਨੀ ਮਿੰਟਸ ਆਪਾਂ ਟਾਈਮ ਦੱਸਣਾ ਵਾ ਇਨ ਹਾਊ ਮੈਨੀ ਮਿੰਟਸ ਰਾਊਂਡਡ ਆਫ ਟੂ 2 ਡੈਸੀਮਲ ਪਲੇਸਿਸ ਸਾਡਾ ਆਨਸਰ ਜਿਹੜਾ ਡੈਸੀਮਲ 'ਚ ਆਉਣਾ ਵਾ ਵਿਲ ਦਾ ਵਾਟਰ ਟੈਂਕ ਬੀ ਫਿਲਡ ਬਾਈ 7 ਪਾਈਪਸ ਆਫ ਸੇਮ ਕੈਪੈਸਿਟੀ ਐਜ਼ ਅਬਵ ਅਗਰ ਇੱਦਾਂ ਦੀ ਕੈਪੈਸਿਟੀ ਦੀਆਂ ਸੌਰੀ 33 ਵਾਲੀ ਕੈਪੈਸਿਟੀ ਦੀਆਂ ਅਗਰ 7 ਪਾਈਪ ਯੂਜ਼ ਕਰਾਂਗੇ ਤਾਂ ਕਿੰਨਾ ਟਾਈਮ ਲੱਗੂਗਾ तो 33 into 18/7 ਇਹ ਆਨਸਰ ਹੈ ਸਾਡਾ ਠੀਕ ਹੈ ਸੋ ਹੁਣ ਅਸੀਂ ਕਰਨਾ ਕੀ ਹੈ ਕਿ ਇਹਨੂੰ ਇਹਨਾਂ ਮਲਟੀਪਲਾਈ ਕਰਕੇ 7 ਨਾਲ ਡਿਵਾਈਡ ਕਰਨਾ ਵਾ ਸਾਡਾ ਆਨਸਰ ਆ ਜਾਊਗਾ ਠੀਕ ਹੈ ਸੋ ਪਹਿਲਾਂ ਆਪਾਂ ਕਰ ਲੈਂਦੇ ਹਾਂ 33 into 18 ਸੋ 18 ਨੂੰ 10 ਨਾਲ ਕਰਾਂਗੇ ਤਾਂ 180 ਫਿਰ 10 ਨਾਲ ਕਰਾਂਗੇ ਤਾਂ 180 ਫਿਰ 10 ਨਾਲ ਕਰਾਂਗੇ ਤਾਂ 180 ਜਾਂ 18 ਦੀ 54 ਸਿੱਧਾ ਲਿਖ ਸਕਦੇ ਹਾਂ ਫਿਰ 18 ਨੂੰ 3 ਨਾਲ ਕਰਾਂਗੇ ਤਾਂ 54 ਆ ਹੀ ਜਾਊਗਾ ਇੱਥੇ ਆ ਗਿਆ 4 8 16 24 ਤੇ 29 ਇੱਥੇ ਆ ਗਿਆ 594 ਸੋ 594 ਨੂੰ ਅਸੀਂ ਕਰਾਂਗੇ 7 ਨਾਲ ਡਿਵਾਈਡ 8 7 ਦਾ ਹੁੰਦਾ ਵਾ 56 ਸੋ 8 ਵਾਲਾ ਆਪਸ਼ਨ ਹੈ ਸਾਡੇ ਕੋਲ ਦੋ ਆਪਸ਼ਨਸ ਹੈ ਇੱਥੇ ਕਿੰਨਾ ਆ ਗਿਆ 3 4 8 5 35
ਇਹ ਬਿਲਕੁਲ ਕਲੋਜ਼ ਆਊਂਗਾ, ਇਹਦਾ ਮਤਲਬ ਮੇਰਾ ਆਂਸਰ 84 ਪੁਆਇੰਟ ਸਮਥਿੰਗ ਹੋਣਾ ਚਾਹੀਦਾ ਵਾ। 84 ਪੁਆਇੰਟ ਸਮਥਿੰਗ ਦਾ ਮਤਲਬ ਕਿੰਨਾ ਵਾ? ਥਰਡ ਆਪਸ਼ਨ। ਠੀਕ ਹੈ ਜੀ, ਸਮਝ ਗਏ। ਨੈਕਸਟ ਕੁਐਸਚਨ ਕਰਦੇ ਹਾਂ। ਟਾਈਮ ਐਂਡ ਵਰਕ ਦਾ ਕੁਐਸਚਨ ਹੈ ਵਾਲਾ, ਠੀਕ ਹੈ। ਸੋ ਅਗੇਨ ਹੁਣ ਐਵਰੇਜ ਵਾਲਾ ਕੁਐਸਚਨ ਹੈ, ਇਹਨੂੰ ਦੇਖ ਕੇ ਵੀ ਕੀਤਾ ਜਾ ਸਕਦਾ ਵਾ ਅਗਰ ਤੁਸੀਂ ਪ੍ਰੈਕਟਿਸ ਕਰੋਗੇ, ਨਹੀਂ ਤਾਂ ਤੁਹਾਨੂੰ ਮੈਂ ਐਲੀਗੇਸ਼ਨ ਦਾ ਪ੍ਰੋਪਰ ਮੈਥਡ ਦੱਸ ਦਿੰਦਾ ਕਿ ਅਗਰ ਮੈਥਡ ਹੀ ਦੇਖਣਾ ਵਾ ਤਾਂ ਵੈਸੇ ਦੇਖ ਕੇ ਵੀ ਹੋ ਜਾਂਦਾ ਵਾ। ਸੋ ਐਲੀਗੇਸ਼ਨ ਦੇ ਵਿੱਚ ਆਪਾਂ ਕੀ ਦੇਖਦੇ ਹਾਂ, ਐਵਰੇजेस ਦੇ ਵਿੱਚ ਐਵਰੇਜ ਦੇ 70-80% ਕੁਐਸਚਨ ਐਲੀਗੇਸ਼ਨ ਦੇ ਨਾਲ ਹੋ ਜਾਂਦੇ ਆ। ਉਹ ਕਹਿੰਦਾ ਕਿ 13ਵੀਂ ਇਨਿੰਗਸ ਦੇ ਵਿੱਚ ਉਹਨੇ 86 ਰਨ ਬਣਾਏ ਤਾਂ ਉਹਦੀ ਐਵਰੇਜ 1 ਰਨ ਤੋਂ ਵੱਧ ਗਈ। ਇਹਦਾ ਮਤਲਬ ਪਹਿਲਾਂ ਉਹਦੀ ਜਿੰਨੀ ਵੀ ਐਵਰੇਜ ਸੀ ਉਹ 1 ਰਨ ਤੋਂ ਵੱਧ ਗਈ। ਅਸੀਂ ਕੀ ਦੇਖਣਾ ਹੁੰਦਾ ਵਾ ਕਿ ਸਭ ਤੋਂ ਜ਼ਿਆਦਾ ਇਨਿੰਗਸ ਕਿੰਨੀਆਂ ਵਾ, ਪੂਰੇ ਕੁਐਸਚਨ ਨੂੰ ਪੜ੍ਹ ਲਈਏ ਤਾਂ 13, ਤੇ ਇੱਕ ਚੀਜ਼ ਉਹ ਦੱਸ ਰਿਹਾ ਵਾ ਕਿ ਹੁਣ ਇੱਕ ਇਨਿੰਗਸ ਖੇਲੀ। ਇਹਦਾ ਮਤਲਬ ਕਿ 13 ਨੂੰ ਅਗਰ ਮੈਂ ਦੋ ਹਿੱਸਿਆਂ 'ਚ ਤੋੜਨਾ ਵਾ ਤਾਂ ਮੈਂ ਕਹਿ ਸਕਦਾ ਕਿ ਪਹਿਲਾਂ 12 ਇਨਿੰਗਸ ਦੀ ਗੱਲ ਕਰ ਰਿਹਾ ਵਾ, ਹੁਣ ਇੱਕ ਇਨਿੰਗ ਦੀ ਗੱਲ ਕਰ ਰਿਹਾ ਵਾ। ਇਹ ਮੈਂ ਲਿਖ ਦਿੱਤੀ ਹੈ ਨੰਬਰ ਆਫ ਇਨਿੰਗਸ। ਹੁਣ ਇਹਨਾਂ ਦੀ ਐਵਰੇਜ ਲਿਖਣੀ ਹੈ। 12 ਦੀ ਐਵਰੇਜ ਕਿੰਨੀ ਹੈ ਮੈਨੂੰ ਦੱਸਿਆ ਨਹੀਂ ਹੋਇਆ, ਮੈਂ ਮੰਨ ਲੈਣਾ x। ਇੱਕ ਦੀ ਐਵਰੇਜ ਉਨੀ ਹੁੰਦੀ ਜਿੰਨੇ ਉਹ ਸਕੋਰ ਬਣਾਵੇ। ਸੋ 13ਵੀਂ ਇਨਿੰਗਸ ਉਹਨੇ ਕਿੰਨੇ ਸਕੋਰ ਬਣਾਏ ਆ? 86। ਉਹ ਕਹਿੰਦਾ ਮੇਰੀ ਐਵਰੇਜ 1 ਤੋਂ ਵੱਧ ਗਈ। ਕੰਬਾਈਨਡ ਐਵਰੇਜ ਆਪਾਂ ਇੱਥੇ ਲਿਖਦੇ ਹਾਂ, 1 ਤੋਂ ਵੱਧ ਗਈ ਮੀਨਸ ਪਹਿਲਾਂ x ਸੀਗੀ ਹੁਣ x+1 ਹੋ ਗਈ। ਇਹਨੂੰ ਇਹਦੇ ਚੋਂ ਮਾਈਨਸ ਕਰਾਂਗੇ ਤਾਂ ਸਾਡੇ ਕੋਲ ਇਹ ਵੈਲਿਊ ਆਊਗੀ, ਇਹਨੂੰ ਇਹ ਚ ਮਾਈਨਸ ਕਰਾਂਗੇ ਸਾਡੇ ਕੋਲ ਇਹ ਵਾਲੀ ਵੈਲਿਊ ਆਊਗੀ। ਮੈਂ x ਦੀ ਵੈਲਿਊ ਨਿਕਾਲਣੀ ਹੈ। ਫਿਰ ਮੈਨੂੰ ਪੁੱਛ ਰਿਹਾ ਐਵਰੇਜ ਦੱਸੋ 13ਵੀਂ ਇਨਿੰਗਸ ਤੋਂ ਬਾਅਦ ਕਿੰਨੀ ਹੈ। 13ਵੀਂ ਇਨਿੰਗਸ ਤੋਂ ਬਾਅਦ ਐਵਰੇਜ ਹੈ x+1, ਬਸ ਆ ਦੱਸਣਾ ਵਾ। x ਦੀ ਵੈਲਿਊ ਨਿਕਾਲ ਕੇ +1। ਸੋ ਇੱਥੇ ਅਗਰ ਮੈਂ ਧਿਆਨ ਨਾਲ ਦੇਖਾਂ 86 - x - 1 x+1 - x। ਸੋ +x - x ਕੈਂਸਲ ਹੋ ਜਾਂਦਾ ਵਾ, ਬਚਣਾ 1, ਇੱਥੇ ਬਚ ਗਿਆ 12। ਸੋ 86 ਚੋਂ ਇੱਕ ਗਏ ਕਿੰਨੇ ਆ ਗਏ? 85 - x = 12। ਇੱਥੇ ਆ ਜਾਊਗਾ 73। x ਦੀ ਵੈਲਿਊ ਕਿੰਨੀ ਹੈਗੀ? 73। ਫਸਟ ਆਪਸ਼ਨ ਦਿੱਤਾ ਹੋਇਆ ਪਰ ਇਹ ਆਨਸਰ ਨਹੀਂ ਹੈ। x ਦੀ ਵੈਲਿਊ ਨਹੀਂ ਪੁੱਛੀ, ਉਹਨੇ ਪੁੱਛਿਆ x ਹੈਗਾ ਵਾ ਸਾਡੇ ਕੋਲ ਐਵਰੇਜ 12 ਇਨਿੰਗਸ ਦਾ। 13ਵੀਂ ਇਨਿੰਗਸ ਤੋਂ ਬਾਅਦ ਜਿਹੜੀ ਐਵਰੇਜ ਹੈ ਉਹ x+1 ਹੈ, ਇੱਕ ਐਡ ਕਰਾਂਗੇ ਤਾਂ ਕਿੰਨਾ ਹੋ ਜਾਊਗਾ? 74। ਸੋ ਸਾਡਾ ਆਨਸਰ ਕਿੰਨਾ ਵਾ? 74। ਠੀਕ ਹੈ ਜੀ, ਵੈਸੇ ਇਹਨੂੰ ਦੇਖ ਕੇ ਵੀ ਕੀਤਾ ਜਾ ਸਕਦਾ ਵਾ। ਨੈਕਸਟ ਕੁਐਸਚਨ ਕਰਦੇ ਹਾਂ। ਥਰਡ ਪ੍ਰੋਪੋਰਸ਼ਨਲ ਦੱਸਣਾ ਵਾ 3 ਨੰਬਰਸ ਦਾ। ਅਗੇਨ ਮੈਂ ਬਾਰ-ਬਾਰ ਰੇਸ਼ੋ 'ਚ ਦੱਸਦਾ ਹੁੰਦਾ ਵਾ ਕਿ ਅਗਰ ਤੁਹਾਨੂੰ ਇਹਨੂੰ ਲਿਖਣਾ ਆ ਗਿਆ ਕਿ ਕਿੱਦਾਂ ਲਿਖਣਾ ਵਾ, ਫਿਰ ਕੁਐਸਚਨ ਜਿਹੜਾ ਵਾ ਖਤਮ ਹੋ ਜਾਂਦਾ ਵਾ ਕਿ ਥਰਡ ਪ੍ਰੋਪੋਰਸ਼ਨਲ ਲਿਖੀਦਾ ਕਿੱਦਾਂ ਵਾ। ਠੀਕ ਹੈ, ਸੋ ਹੁਣ ਧਿਆਨ ਦਿਓ ਥਰਡ ਪ੍ਰੋਪੋਰਸ਼ਨਲ ਕਿੱਦਾਂ ਲਿਖੀਦਾ। ਅਗਰ ਮੈਨੂੰ 2 ਨੰਬਰ ਦਿੱਤੇ ਹੋਏ ਆ, ਕਹਿੰਦਾ ਥਰਡ ਪ੍ਰੋਪੋਰਸ਼ਨਲ ਆਫ 36 ਐਂਡ 78 ਇਜ਼ x, ਦੈਨ ਵਾਟ ਇਜ਼ ਦ ਵੈਲਿਊ ਆਫ x। ਇਹਨੂੰ ਆਪਾਂ ਲਿਖਦੇ ਹਾਂ 36/78 ਇਜ਼ ਇਕੁਅਲ ਟੂ 78/x। ਇਹ ਥਰਡ ਪ੍ਰੋਪੋਰਸ਼ਨ ਨਿਕਲ ਕੇ ਆਊਗਾ x ਦਾ। ਹੁਣ ਇਹ ਮੀਨਸ ਹੈ ਤੇ ਇਹ ਐਕਸਟ੍ਰੀਮ ਹੈ। ਪ੍ਰੋਡਕਟ ਆਫ ਮੀਨਸ ਜਿਹੜਾ ਹੁੰਦਾ ਵਾ ਉਹ ਬਰਾਬਰ ਹੁੰਦਾ ਵਾ ਪ੍ਰੋਡਕਟ ਆਫ ਐਕਸਟ੍ਰੀਮਸ ਦੇ, ਮਤਲਬ 36 × x। ਇਹ 36 ਨੂੰ ਆਪਾਂ ਇੱਥੇ ਲਿਖ ਦਾਂਗੇ, ਇੱਥੇ ਲਿਖ ਦਾਂਗੇ x। ਹੁਣ ਦੇਖੋ 6 ਦੇ ਟੇਬਲ 'ਚ ਇੱਥੇ 36, 6 ਦੇ ਟੇਬਲ 'ਚ ਅਗਰ ਤੁਸੀਂ ਕ੍ਰਿਕਟ ਦੇਖਦੇ ਹੋ ਤੁਹਾਨੂੰ ਪਤਾ ਹੋਊਗਾ 78 ਬਾਲਸ ਜਿਹੜੀਆਂ 13 ਓਵਰ 'ਚ ਹੁੰਦੀਆਂ ਵਾ। ਅਗੇਨ ਇੱਥੇ ਕਿੰਨਾ ਆ ਜਾਊਗਾ? 13। 13 ਦਾ ਸਕੁਅਰ ਹੁੰਦਾ ਵਾ 169। ਸੋ ਸਾਡਾ ਆਨਸਰ ਹੋਊਗਾ 169। ਠੀਕ ਹੈ ਜੀ, ਥਰਡ ਪ੍ਰੋਪੋਰਸ਼ਨਲ, ਫੋਰਥ ਪ੍ਰੋਪੋਰਸ਼ਨਲ, ਮੀਨ ਪ੍ਰੋਪੋਰਸ਼ਨਲ, ਫਸਟ ਪ੍ਰੋਪੋਰਸ਼ਨਲ, ਇਹ ਸਾਰੇ ਤੁਹਾਨੂੰ ਆਉਣੇ ਚਾਹੀਦੇ ਹੈ। ਠੀਕ ਹੈ ਜੀ, TCS ਪੁੱਛਦੀ ਹੈ ਬਾਰ-ਬਾਰ। ਨੈਕਸਟ ਕੁਐਸਚਨ ਫਿਰ ਰੇਸ਼ੋ ਦਾ ਵਾ। ਉਹ ਕਹਿ ਰਿਹਾ ਕਿ 656 ਬਨਾਨਾਸ ਡਿਸਟ੍ਰੀਬਿਊਟ ਕਰਨੇ ਆ 3 ਮੰਕੀਜ਼ ਦੇ ਵਿੱਚ, ਜਿਹਦਾ ਰੇਸ਼ੋ 1:8, 1:4, 5/8। ਫਾਈਂਡ ਦ ਨੰਬਰ ਆਫ ਬਨਾਨਾ ਜਿਹੜਾ ਸੈਕਿੰਡ ਮੰਕੀ ਨੂੰ ਮਿਲੂਗੇ। ਸੋ ਅਗੇਨ 1/8 ਰੇਸ਼ੋ 1/4 ਰੇਸ਼ੋ 5/8 ਦੀ ਅਗਰ ਰੇਸ਼ੋ ਆਪਾਂ ਪ੍ਰੋਪਰ ਫਾਰਮ 'ਚ ਲਿਖਣੀ ਹੈ, ਫ੍ਰੈਕਸ਼ਨ ਫਾਰਮ 'ਚ ਹੈ, 8 ਐਲਸੀਐਮ ਆ ਜਾਊਗਾ। ਇੱਥੇ ਤਾਂ 1 ਹੀ ਰਹਿ ਜਾਊਗਾ। ਇੱਥੇ ਅਗਰ 8 ਹੈ ਤਾਂ ਇੱਥੇ ਤਾਂ 5 ਹੀ ਰਹਿ ਜਾਊਗਾ। ਇੱਥੇ 2 ਨਾਲ ਮਲਟੀਪਲਾਈ ਕਰਾਂਗੇ, ਇੱਥੇ ਵੀ 2 ਨਾਲ ਕਰਾਂਗੇ ਤਾਂ ਇੱਥੇ 2 ਆ ਜਾਊਗਾ। ਸੋ ਸਾਡੇ ਕੋਲ ਰੇਸ਼ੋ ਕੀ ਆ ਗਈ? ਸਾਡੇ ਕੋਲ ਰੇਸ਼ੋ ਆ ਗਈ 1:2:8। ਸੈਕਿੰਡ ਮੰਕੀ ਨੂੰ ਕਿੰਨੇ ਬਨਾਨਾਸ ਮਿਲੇ ਆ? 2। ਟੋਟਲ ਕਿੰਨੇ ਆ? 5 2 7 1 8 8 ਇਨਟੂ ਇੱਥੇ ਆ ਗਿਆ 656। ਹੁਣ 8 8 × 64 ਬਚਿਆ 16, 8 2 × 16 ਤੇ ਇਹਨੂੰ ਡਬਲ ਕਰਾਂਗੇ ਤਾਂ ਕਿੰਨਾ ਆ ਗਿਆ? 164 ਸਾਡਾ ਆਨਸਰ ਹੈ। ਫਸਟ ਆਪਸ਼ਨ ਜੋ ਹੈ ਉਹ ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਕਹਿੰਦਾ ਰਿਟੇਲਰ ਆਫਰ 2 ਸਕਸੈਸਿਵ ਡਿਸਕਾਊਂਟਸ ਆਫ 20%, 25%। ਕਹਿੰਦਾ ਇੱਕ ਰਿਟੇਲਰ ਹੈ ਉਹ 2 ਤਰ੍ਹਾਂ ਦੇ ਡਿਸਕਾਊਂਟ ਦੇ ਰਿਹਾ, 2 ਸਕਸੈਸਿਵ ਡਿਸਕਾਊਂਟ ਦੇ ਰਿਹਾ 20%, ਫਿਰ ਜੋ ਆਨਸਰ ਆਊਗਾ ਉੱਤੇ 25% ਦਾ। ਉਹ ਪ੍ਰੋਡਕਟ ਦੇ ਜਿਹਦਾ ਪ੍ਰਾਈਸ 2000 ਹੈ, ਦੱਸੋ ਫਿਰ ਸੈਲਿੰਗ ਪ੍ਰਾਈਸ ਕਿੰਨਾ ਵਾ। ਸੋ ਪਹਿਲਾਂ 20% ਦਾ ਅਗਰ ਮੈਂ ਡਿਸਕਾਊਂਟ ਕਰਦਾ ਤੇ ਇਹਦਾ 10% ਕਿੰਨਾ ਹੁੰਦਾ ਵਾ? 200। 200 ਤੇ 200 400 ਰੁਪਏ ਦਾ ਡਿਸਕਾਊਂਟ ਹੋ ਗਿਆ, ਬਚਿਆ ਕਿੰਨਾ? 1600। ਹੁਣ ਇੱਥੇ 25% ਦਾ ਡਿਸਕਾਊਂਟ ਹੋ ਗਿਆ। 25% ਹੁੰਦਾ ਵਾ 1/4, ਇਹਦਾ ਚੌਥਾ ਹਿੱਸਾ ਮਾਈਨਸ ਕਰ ਦਿਓ। 1600 ਦਾ ਚੌਥਾ ਹਿੱਸਾ ਹੁੰਦਾ 400। ਸੋ 400 ਮਾਈਨਸ ਕਰਾਂਗੇ ਤਾਂ ਚੀਜ਼ ਕਿੰਨੇ ਦੀ ਵਿਕੂਗੀ? 1200 ਰੁਪਏ ਦੀ ਵਿਕੂਗੀ। ਕਿੰਨੇ ਦੀ ਵਿਕੂਗੀ? 1200 ਦੀ 40% ਡਿਸਕਾਊਂਟ ਤੇ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ ਕਹਿੰਦਾ ਕਿ ਮਰਚੈਂਟ ਹੈ, ਉਹਦੇ ਕੋਲ ਇੰਨਾ kg ਸ਼ੂਗਰ ਹੈ। ਠੀਕ ਹੈ, ਅਗੇਨ ਐਲੀਗੇਸ਼ਨ ਵਾਲਾ ਕਨਸੈਪਟ ਹੈ। ਟੋਟਲ ਸ਼ੂਗਰ ਇੰਨੀ ਹੈ, ਉਹ ਕਹਿੰਦਾ ਕਿ ਕੁਝ ਪਾਰਟ ਉਹ 22% ਦੇ ਪ੍ਰੋਫਿਟ ਤੇ ਵੇਚਦਾ ਹੈ, ਕੁਝ ਪਰਸੈਂਟ ਜਿਹੜਾ ਵਾ 34% ਦੇ ਪ੍ਰੋਫਿਟ ਤੇ ਵੇਚਦਾ ਹੈ। ਓਵਰਆਲ ਪ੍ਰੋਫਿਟ ਜਿਹੜਾ ਵਾ ਉਹ 24% ਹੈ। ਅਸੀਂ ਰੇਸ਼ੋ ਨਿਕਾਲ ਲਈਏ।
34 ਚੋਂ 24 ਗਏ 10, 24 ਚੋਂ 22 ਗਏ, ਸਾਡੇ ਕੋਲ ਕਿੰਨੇ ਆ ਗਏ 2। ਇਹਦਾ ਮਤਲਬ ਜਿਹੜੀ ਰੇਸ਼ੋ ਹੈ 5:1। ਜਿਹੜੀ 22% ਵਾਲੀ ਕੁਆਂਟੀਟੀ ਹੈ ਉਹ 5 ਹਿੱਸਿਆਂ 'ਚ ਹੈ, 34% ਵਾਲੀ ਇੱਕ ਹਿੱਸੇ 'ਚ ਹੈ। ਉਹ ਕਹਿੰਦਾ 34% ਤੇ ਕਿੰਨੀ ਕੁਆਂਟੀਟੀ ਸੇਲ ਕੀਤੀ? 34% ਤੇ ਕੀਤੀ ਇੱਕ। ਟੋਟਲ ਕਿੰਨੇ ਦੇ ਵਿੱਚੋਂ? 6 ਦੇ ਵਿੱਚੋਂ ਸਾਡੇ ਕੋਲ ਕੁਆਂਟੀਟੀ ਕਿੰਨੀ ਸੀਗੀ? 2226। 6 3s ਆ 18, ਬਚਿਆ ਕਿੰਨਾ? 4 42, 6 7s ਆ 42, 6 771 ਮੇਰਾ ਆਂਸਰ। ਠੀਕ ਹੈ ਜੀ, ਸਮਝ ਗਏ? ਅਗਰ ਤੁਹਾਨੂੰ ਕਨਸੈਪਟਸ ਟ੍ਰਿਕਸ ਆਉਂਦੇ ਆ ਤਾਂ ਬਹੁਤ ਈਜ਼ੀ ਕੁਐਸਚਨ ਸੀਗੇ ਕਾਂਸਟੇਬਲ ਦੇ ਪੇਪਰ ਦੇ। ਸ਼ੌਪਕੀਪਰ ਬੌਟ ਦਾ ਆਰਟੀਕਲ ਫॉर ਰੁਪੀਜ਼ 1300 ਰੁਪਏ ਦਾ ਆਰਟੀਕਲ ਖਰੀਦ ਕੇ 28% ਦੇ ਪ੍ਰੋਫਿਟ ਤੇ ਵੇਚਦਾ। ਧਿਆਨ ਨਾਲ ਦੇਖੋ, 1300 ਰੁਪਏ ਦੀ ਕੋਈ ਚੀਜ਼ ਖਰੀਦ ਕੇ 28% ਦੇ ਪ੍ਰੋਫਿਟ ਤੇ ਵੇਚਦੀ, ਤਾਂ ਮੈਂ ਕਹਿ ਸਕਦਾ ਕਿ ਜਿਹੜਾ ਪ੍ਰਾਈਸ ਹੈ ਵਿਕਣ ਵਾਲਾ ਉਹ 128% ਹੋ ਜਾਊਗਾ। 128% ਦਾ ਇੱਥੇ ਆ ਗਿਆ 0। तो ਹੁਣ मैं कॉस्ट प्राइस है 128% ਕੱਢਣਾ ਵਾ, ਉਹ ਸੈਲਿੰਗ ਪ੍ਰਾਈਸ ਹੋ ਜਾਊਗਾ। ਉਹਨੇ ਪੁੱਛਿਆ ਕਿ ਸੈਲ ਕਿਹੜੇ ਪ੍ਰਾਈਸ ਤੇ ਕੀਤਾ। ਹੁਣ ਧਿਆਨ ਨਾਲ ਦੇਖੋ, ਇਹ 20 ਕੱਢ ਦਾਂਗੇ, 8 ਨੂੰ 3 ਨਾਲ ਮਲਟੀਪਲਾਈ ਕਰਾਂਗੇ ਤਾਂ 24 ਆਊਗਾ, ਮਤਲਬ ਯੂਨਿਟ ਡਿਜਿਟ 4 ਹੋਣਾ ਚਾਹੀਦਾ ਵਾ। ਇਹ ਵੀ ਨਹੀਂ ਹੈਗਾ, ਇਹ ਵੀ ਨਹੀਂ ਹੈਗਾ, ਇਹ ਹੈਗਾ ਵਾ, ਇਹ ਨਹੀਂ ਹੈਗਾ। ਸਾਡਾ ਆਂਸਰ ਕੀ ਆਊਗਾ? ਥਰਡ ਆਪਸ਼ਨ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। 2 ਪਾਈਪਸ A and B can fill the tank in 18 minutes and 11 minutes। A ਪਾਈਪ ਕਿਸੇ ਟੈਂਕ ਨੂੰ 18 ਮਿੰਟ 'ਚ ਫਿਲ ਕਰਦੀ ਹੈ, B ਕਰਦੀ ਹੈ 11 ਮਿੰਟ 'ਚ। ਉਹਨੇ ਦੋਨੋਂ ਆਪਸ ਦੇ ਵਿੱਚ ਕੀ ਹੈ? ਕੋ ਪ੍ਰਾਈਮ ਪੇਅਰ ਹੈ, ਮਤਲਬ ਐਲਸੀਐਮ ਨਿਕਾਲਣ ਲਈ ਮੈਨੂੰ ਇਹਨਾਂ ਨੂੰ ਮਲਟੀਪਲਾਈ ਕਰਨਾ ਪਊਗਾ। 11 ਦੀ ਮਲਟੀਪਲੀਕੇਸ਼ਨ 'ਚ ਕੀ ਹੁੰਦਾ ਹੈ? ਰਾਈਟ ਸਾਈਡ ਵਾਲਾ ਨੰਬਰ ਪਹਿਲਾਂ ਮੈਂ ਲਿਖੂੰਗਾ, ਫਿਰ ਦੋਨੋਂ ਨੰਬਰਾਂ ਨੂੰ ਪਲੱਸ ਕਰੂੰਗਾ, ਫਿਰ ਲੈਫਟ ਸਾਈਡ ਵਾਲਾ ਨੰਬਰ ਲਿਖ ਦਾਂਗੇ। ਇਹ ਆ ਗਈ ਸਾਡੇ ਕੋਲ ਮਲਟੀਪਲੀਕੇਸ਼ਨ 11 ਦੀ। 18 ਨੂੰ 11 ਨਾਲ ਮਲਟੀਪਲਾਈ ਕਰਾਂਗੇ, 11 ਨੂੰ 18 ਦੇ ਨਾਲ। ਦੇਖੋ, ਇਹ ਟਾਈਮ ਹੁੰਦਾ ਵਾ ਸਾਡੇ ਕੋਲ ਦਿੱਤਾ ਹੋਇਆ ਮਿੰਟਸ ਦੇ ਵਿੱਚ, ਇਹ ਹੁੰਦੀ ਹੈ ਐਫੀਸ਼ੀਐਂਸੀ, ਇਹ ਹੁੰਦਾ ਵਾ ਟੋਟਲ ਨੰਬਰ ਆਫ ਯੂਨਿਟਸ। ਇਸ ਕੇਸ ਦੇ ਵਿੱਚ ਕਿਉਂਕਿ ਟੈਂਕ ਫਿਲ ਕਰ ਰਹੇ ਆ ਤਾਂ ਮੈਂ ਕਹੂੰਗਾ ਟੈਂਕ ਦੀ ਕੈਪੈਸਿਟੀ 198 ਲੀਟਰ ਹੈ। ਇਹ 18 ਮਿੰਟ ਦੇ ਵਿੱਚ ਭਰਦਾ ਵਾ, ਇਹਦਾ ਮਤਲਬ ਹਰ ਮਿੰਟ 11 ਲੀਟਰ ਪਾਣੀ ਭਰ ਰਿਹਾ। ਐਫੀਸ਼ੀਐਂਸੀ ਕੀ? 11 ਲੀਟਰ ਪਾਣੀ ਭਰ ਰਿਹਾ। ਉਹ ਕਹਿੰਦਾ 4 ਮਿੰਟ ਦੋਨੋਂ ਪਾਈਪਸ ਓਪਨ ਰਹੀਆਂ। ਹੁਣ ਇਹ ਤਾਂ 1 ਮਿੰਟ ਦੇ ਵਿੱਚ 11 ਲੀਟਰ ਭਰਦਾ, ਇਹ ਕਿੰਨਾ ਭਰਦਾ? 18। ਦੋਨੋਂ ਪਾਈਪਸ ਓਪਨ ਸੀਗੀਆਂ ਤਾਂ 29 ਲੀਟਰ ਹਰ ਮਿੰਟ ਕਰਦੇ ਸੀਗੇ। ਸਾਡੇ ਕੋਲ ਕੀ ਹੈ? 4 ਮਿੰਟ ਤੱਕ ਇਹ ਪਾਈਪਸ ਓਪਨ ਰਹੀਆਂ। 3 ਨੂੰ 4 ਨਾਲ ਕਰਾਂਗੇ ਤਾਂ 120, ਇੱਥੇ ਆ ਜਾਊਗਾ 116 ਲੀਟਰ ਪਾਣੀ ਜੋ ਹੈ ਉਹ ਫਿਲ ਹੋ ਗਿਆ। 116 ਲੀਟਰ ਪਾਣੀ ਜੋ ਹੈ ਉਹ ਕੀ ਹੈ? ਫਿਲ ਹੋ ਗਿਆ। ਸਾਡੇ ਕੋਲ ਬਚਿਆ ਕਿੰਨਾ? ਦੇਖੋ 116 ਅਗਰ ਮੈਂ ਮਾਈਨਸ ਕਰੂੰਗਾ, ਇੱਥੇ ਆ ਜਾਊਗਾ 2, ਇੱਥੇ ਕਿੰਨਾ ਆ ਗਿਆ? 82 ਲੀਟਰ ਪਾਣੀ ਬਚ ਗਿਆ। ਹੁਣ 82 ਲੀਟਰ ਪਾਣੀ ਲਈ ਕਰਨਾ ਕੀ ਹੈ? ਇੰਨਾ ਟੈਂਕ ਲੀਟਰ ਭਰਨਾ ਵਾ ਪਾਣੀ। ਉਹ ਕਹਿੰਦਾ ਪਾਈਪ A ਜਿਹੜੀ ਹੈ ਉਹ ਟਰਨ ਆਫ ਕਰਤੀ, ਤਾਂ ਬਚੀ ਕਿੰਨੀ? ਪਾਈਪ B ਜਿਹੜੇ ਕਿ ਹਰ ਮਿੰਟ 18 ਲੀਟਰ ਪਾਣੀ ਫਿਲ ਕਰਦੀ ਹੈ। ਹਰ ਮਿੰਟ ਅਗਰ 18 ਲੀਟਰ ਪਾਣੀ ਫਿਲ ਕਰਦੀ ਹੈ ਤਾਂ ਕਿੰਨਾ ਟਾਈਮ ਲੱਗੂਗਾ? ਹੁਣ ਇਹ 82 ਲੀਟਰ ਭਰਨ ਲਈ ਸਾਡਾ ਆਂਸਰ ਹੈ, ਇਹਦੀ ਕਟਿੰਗ ਕਰੋ, 41/9। ਕਿੰਨਾ? 41/9। ਠੀਕ ਹੈ ਜੀ, ਹੋਪ ਤੁਹਾਨੂੰ ਇਹ ਸਮਝ ਆ ਰਿਹਾ ਹੋਊਗਾ। ਨੈਕਸਟ ਕੁਐਸਚਨ ਦੇਖਦੇ ਹਾਂ। ਉਹ ਕਹਿੰਦਾ ਦ ਐਵਰੇਜ ਆਫ ਦਾ 3 ਪਰਸਨਸ ਇਜ਼ 35। ਔਸਤ ਕਿੰਨੀ ਹੈ? 35। 3% ਦੀ, ਦਾ ਮਤਲਬ ਟੋਟਲ ਕਿੰਨਾ ਹੋਊਗਾ? 105। ਉਹ ਕਹਿੰਦਾ ਕਿ ਉਹਨਾਂ ਦੀ ਏਜਸ ਜਿਹੜੀਆਂ ਪ੍ਰਪੋਰਸ਼ਨ ਦਿੱਤੀ ਹੋਈ ਹੈ 2:4:9 ਹੈ। ਵਟ ਇਜ਼ ਦ ਏਜ ਆਫ ਈਅਰਸ ਆਫ ਦ ਯੰਗੈਸਟ ਪਰਸਨ? ਤਿੰਨਾਂ ਚੋਂ ਯੰਗੈਸਟ ਪਰਸਨ ਕੌਣ ਹੈ? 2 ਵਾਲਾ। ਟੋਟਲ ਏਜ ਕਿੰਨੀ ਹੈ? 9 4 13 ਤੋਂ 15, ਟੋਟਲ 15 ਵਾ। ਯੰਗੈਸਟ ਦੀ 2 ਹੈ 15 ਚੋਂ। 15 ਕਿਉਂ ਲਿਆ? ਕਿਉਂਕਿ ਟੋਟਲ ਦੀ ਵੈਲਿਊ ਦਿੱਤੀ ਹੋਈ ਹੈ ਮੈਨੂੰ, ਤਿੰਨਾਂ ਦੀ ਏਜ ਮਿਲਾ ਕੇ ਕਿੰਨੀ ਹੈ? 105। 15 ਦੇ 7 ਦੇ ਟੇਬਲ 'ਚ 105 ਆਉਂਦਾ ਵਾ। ਸਭ ਤੋਂ ਛੋਟੇ ਵਾਲੇ ਦੀ ਉਮਰ ਕਿੰਨੀ ਹੋਊਗੀ? 14, ਥਰਡ ਆਪਸ਼ਨ। ਠੀਕ ਹੈ ਜੀ, ਲੱਗੀ ਗੱਲ ਸਮਝ? ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਮਹੇਸ਼ ਬੋਰੋਡ ਅ ਸਮ ਆਫ ਰੁਪੀਸ, ਦੇਖੋ 28,000 ਰੁਪਇਆ ਉਹਨੇ ਬੋਰੋ ਕੀਤਾ 3 ਸਾਲ ਲਈ, ਤੇ ਉਹਨੇ ਵਿਆਜ ਕਿੰਨਾ ਦੇ ਦਿੱਤਾ? 3500 ਰੁਪਇਆ 3 ਸਾਲ ਦਾ, ਤੇ ਰੇਟ ਆਫ ਇੰਟਰਸਟ ਸੀਗਾ X%। ਮੈਨੂੰ ਕਹਿੰਦੇ X ਦੀ ਵੈਲਿਊ ਦੱਸੋ। ਦੇਖੋ ਜਿਹੜਾ X% ਹੁੰਦਾ ਨਾ ਵਿਆਜ, ਉਹ ਹਰ ਸਾਲ ਦਾ ਹੁੰਦਾ ਵਾ। 3500 ਵਿਆਜ ਹੈ 3 ਸਾਲਾਂ ਦਾ, ਸੋ ਮੈਂ ਲਿਖ ਸਕਦਾ ਵਿਆਜ ਕਿੰਨਾ ਵਾ? 1 ਸਾਲ ਦਾ। 1 ਸਾਲ ਦਾ ਵਿਆਜ ਹੈ ਇੰਨਾ, 3500/3। ਹੁਣ ਵਿਆਜ ਜਦੋਂ ਰੇਟ ਆਫ ਇੰਟਰਸਟ ਕੱਢਦੇ ਆ ਤੇ ਆਪਾਂ ਦੇਖਦੇ ਵਿਆਜ ਕਿੱਥੇ ਪੈਂਦਾ ਵਾ? ਮੂਲਧਨ ਤੇ, ਮਤਲਬ ਪ੍ਰਿੰਸੀਪਲ ਤੇ। ਪ੍ਰਿੰਸੀਪਲ ਕਿੰਨਾ ਵਾ? 28,000। 100 ਨਾਲ ਮਲਟੀਪਲਾਈ ਕਰਾਂਗੇ, ਮੇਰੇ ਕੋਲ X ਦੀ ਵੈਲਿਊ ਆ ਜਾਊਗੀ। ਠੀਕ ਹੈ, 3500 3 ਸਾਲ ਦਾ ਸੀਗਾ, ਤੀਜਾ ਹਿੱਸਾ ਕੱਢ ਲਿਆ, ਇੰਨਾ ਵਿਆਜ ਹਰ ਸਾਲ ਮਿਲਦਾ ਵਾ। ਸੋ ਇੱਥੇ ਹੈ 1 2 3 1 2 3। ਠੀਕ ਹੈ ਜੀ, ਇੱਥੇ ਮੇਰੇ ਕੋਲ ਆ ਗਿਆ 350, ਤੇ ਦੇਖੋ 30 ਨੂੰ 3 ਨਾਲ ਕਰਾਂਗੇ ਤਾਂ 90, ਤੇ ਇੱਥੇ ਮੇਰੇ ਕੋਲ ਆ ਜਾਊਗਾ 84। 4 ਨਾਲ ਮਲਟੀਪਲਾਈ ਕਰਾਂਗੇ ਅਗਰ ਮੈਂ, ਠੀਕ ਹੈ, ਦੇਖੋ ਆਂਸਰ ਆ ਗਿਆ ਵੈਸੇ ਸਾਡਾ। 4 ਦਾ ਕਿੰਨਾ ਹੁੰਦਾ? 16, 1 ਕੈਰੀ 32, ਇੱਥੇ ਕਿੰਨਾ ਆ ਗਿਆ? 33। ਇਹਨਾਂ ਕਟਿੰਗ ਹੋ ਗਈ ਸਾਡੀ। ਹੁਣ ਤੁਸੀਂ ਦੇਖੋ 4 ਵਾਲਾ ਸਾਡੇ ਕੋਲ ਇੱਕੋ ਹੀ ਆਪਸ਼ਨ ਹੈ, ਦੂਸਰਾ ਹੋਰ ਕੋਈ ਆਪਸ਼ਨ ਨਹੀਂ ਹੈ, ਆਪਾਂ ਅੱਗੇ ਸੋਲਵ ਨਹੀਂ ਕਰਨਾ।
ठीक है जी, ਲੱਗ ਗਈ ਗੱਲ ਸਮਝ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ ਅਗੇਨ ਤੁਹਾਡਾ ਕੰਪਰੀਹੈਂਸ਼ਨ ਵਰਗਾ ਵਾ, ਪੈਰਾਗ੍ਰਾਫ ਆਇਆ ਵਾ ਪਰ ਬਹੁਤ ਈਜ਼ੀ ਪੈਰਾਗ੍ਰਾਫ ਹੈ। ਲਾਸਟ ਸ਼ਿਫਟ ਵਾਲਾ ਅੱਛਾ ਪੈਰਾਗ੍ਰਾਫ ਸੀਗਾ, ਇਹ ਈਜ਼ੀ ਹੈ। ਉਹ ਕੀ ਕਹਿੰਦਾ ਪਿਆ ਵਾ, ਪਰਸੈਂਟੇਜ ਦੇ ਉੱਤੇ ਹੈ ਸਾਰਾ। A small bakery tracked its weekly sales of a special mango cake। ਇੱਕ ਬੇਕਰੀ ਹੈ, ਉਹ ਆਪਣਾ ਵਿਕਰੀ ਦੇਖ ਰਹੀ ਹੈ ਮੈਂਗੋ ਕੇਕ ਦੀ। ਉਹਨਾਂ ਨੇ ਦੇਖਿਆ ਕਿ ਪਹਿਲੇ ਹਫਤੇ ਜਿਹੜੇ ਮੈਂਗੋ ਦੇ ਕੇਕ ਵਿਕੇ ਆ ਫਸਟ ਵੀਕ, ਇੱਥੇ ਲਿਖਿਆ ਫਸਟ ਵੀਕ, ਉਹ ਸੀਗੇ 4000 ਰੁਪਏ ਦੇ। ਦੂਜੇ ਹਫਤੇ ਜਿਹੜੀ ਸੇਲ ਸੀ ਉਹ 25% ਤੋਂ ਵੱਧ ਗਈ। ਸੈਕਿੰਡ ਵੀਕ ਕੀ ਹੈ 25%। 25% ਦਾ ਮਤਲਬ ਹੁੰਦਾ ਚੌਥਾ ਹਿੱਸਾ। ਇਹਦਾ ਚੌਥਾ ਹਿੱਸਾ ਕਿੰਨਾ ਹੁੰਦਾ 1000, ਇਹਦਾ ਮਤਲਬ ਕਿੰਨੀ ਹੋ ਗਈ 5000। ਠੀਕ ਹੈ, ਉਹ ਕਹਿੰਦਾ ਫੈਸਟੀਵਲ ਸੀਗਾ ਇਸ ਲਈ 25% ਵੱਧ ਗਈ। ਥਰਡ ਵੀਕ 'ਚ ਸੇਲ ਡਿਕਰੀਜ਼ ਹੋ ਗਈ, ਕਿੰਨੀ 10% ਘਟ ਗਈ। ਕਿਹਦੇ ਤੋਂ, ਸੈਕਿੰਡ ਵੀਕ ਤੋਂ। ਇਹ ਤੋਂ 10%। ਥਰਡ ਵੀਕ 'ਚ ਕੀ ਹੋਇਆ, ਇਹ ਤੋਂ 10%। ਇਹਦਾ 10% ਕਿੰਨਾ ਹੁੰਦਾ ਵਾ 500। 5000 ਦਾ 10% 500। 500 ਘਟ ਗਈ ਤਾਂ ਕਿੰਨੀ ਹੈਗੀ 4500। ਬਸ ਆਹੀ ਡਾਟਾ ਨਿਕਾਲਣਾ ਵਾ, ਇਹ ਤਿੰਨਾਂ 'ਚ ਹੀ ਪੁੱਛਿਆ ਹੋਇਆ ਵਾ ਬਸ। ਹੁਣ ਉਹ ਕਹਿ ਰਿਹਾ ਵਾ ਕਿ ਹੈਵੀ ਰੇਨ ਕਰਕੇ ਘਟ ਗਈ। ਕਹਿੰਦਾ ਵਟ ਵਰ ਦਾ ਸੇਲਸ ਨੇ ਸੈਕਿੰਡ ਈਅਰ। ਦੂਜੇ ਹਫਤੇ ਕਿੰਨੀ ਸੇਲ ਸੀ 5000 ਦੀ, ਅਤੇ 5000 ਟਿਕ ਕਰ ਦੋ। ਠੀਕ ਹੈ, ਹੁਣ ਨੈਕਸਟ ਕੁਐਸਚਨ ਲਈ ਫਿਰ ਆਪਾਂ ਪਿੱਛੇ ਦੁਬਾਰਾ ਆਵਾਂਗੇ। ਉਹ ਕਹਿੰਦਾ ਕਿ ਵਟ ਵਾਜ਼ ਅ ਪਰਸੈਂਟੇਜ ਚੇਂਜ ਇਨ ਦਾ ਸੇਲਸ ਆਫ ਦਾ ਫਸਟ ਵੀਕ ਟੂ ਦੈਟ ਆਫ ਥਰਡ ਵੀਕ। ਪਹਿਲੇ ਹਫਤੇ ਤੋਂ ਤੀਜੇ ਹਫਤੇ ਤੱਕ ਕਿੰਨਾ ਪਰਸੈਂਟੇਜ ਦਾ ਫਰਕ ਪਿਆ। ਦੇਖੋ ਕਿੰਨਾ ਪਿਆ ਵਾ 500 ਦਾ ਫਰਕ ਪੈ ਗਿਆ। ਇਨਕਰੀਜ਼ ਕਿੰਨਾ ਹੋ ਗਿਆ 500। ਕਿਹਦੇ ਉੱਤੇ 4000 ਦੇ ਉੱਤੇ। ਧਿਆਨ ਨਾਲ ਦੇਖਿਓ, 2 0 ਕੈਂਸਲ ਅਤੇ 2 0 ਕੈਂਸਲ। 5 ਦੇ ਟੇਬਲ 'ਚ 1, 5 ਦੇ ਟੇਬਲ 'ਚ ਕੀ ਹੈ 8। ਸੋ ਤੁਹਾਨੂੰ ਮੈਂ ਕਿਹਾ ਫਰੈਕਸ਼ਨਸ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਵਾ। 1/8 ਹੁੰਦਾ ਵਾ 12.5%। 1/4 ਕਿੰਨਾ ਸੀ 25%। 1/4 ਦਾ ਅੱਧਾ ਹੁੰਦਾ 1/8। ਸੋ 25 ਦਾ ਅੱਧਾ ਕਿੰਨਾ ਹੋ ਗਿਆ 12.5। ਸੋ ਸਾਡਾ ਆਂਸਰ ਕਿੰਨਾ ਆਊਗਾ 12.5% ਜੋ ਹੈ ਕੀ ਹੋਇਆ ਵਾ 12.5% ਇਨਕਰੀਜ਼ ਹੋਈ ਹੈ। ਠੀਕ ਹੈ, ਤਾਂ ਆਪਾਂ ਲਿਖਾਂਗੇ ਇਨਕਰੀਜ਼। ਠੀਕ ਹੈ, ਡਿਕਰੀਜ਼ ਵਾਲਾ ਆਪਸ਼ਨ ਨਹੀਂ ਲਿਖਣਾ। ਨੈਕਸਟ ਕੁਐਸਚਨ ਪੜ੍ਹਦੇ ਹਾਂ। ਨੈਕਸਟ ਜੋ ਕਹਿ ਰਿਹਾ ਵਾ ਕਿ ਦੱਸੋ ਵਟ ਵਰ ਦਾ ਸੇਲਸ ਇਨ ਦਾ ਥਰਡ ਵੀਕ। ਤੀਜੇ ਵੀਕ 'ਚ ਕਿੰਨੀ ਸੇਲ ਸੀਗੀ ਆਪਾਂ ਦੇਖੀ 4500 ਸੀ। ਤੁਹਾਨੂੰ ਦਿਖਾ ਦੇਣਾ ਦੁਬਾਰਾ ਮੈਂ, ਇਹ 4500 ਸੀ। ਥਰਡ ਵੀਕ 'ਚ ਕਿੰਨੀ ਸੀਗੀ 4500। ਸੋ ਸਾਡੇ ਇਹ ਜਿਹੜਾ ਪੈਰਾਗ੍ਰਾਫ ਹੈ ਇਹ ਵੀ 1 ਮਿੰਟ ਦੇ ਅੰਦਰ ਹੀ ਖਤਮ ਹੋ ਗਿਆ। ਠੀਕ ਹੈ, 3 ਕੁਐਸਚਨ ਹੈ ਇਹਦੇ ਵਿੱਚ। ਹੁਣ ਸਾਡੇ ਕੋਲ ਆ ਗਿਆ 19th ਕੁਐਸਚਨ 1920। ਇਹ ਦੋਨੋਂ ਕੁਐਸਚਨ ਥੋੜੇ ਕੈਲਕੂਲੇਟਿਵ ਹੈ 19-20 ਤੋਂ ਆਪਾਂ ਕਰਦੇ ਹਾਂ। ਕਹਿੰਦਾ ਪ੍ਰਾਈਸ ਆਫ ਦਾ ਫਿਊਲ ਡਿਕਰੀਜ਼ਸ ਬਾਈ 35%। ਕੋਈ ਪ੍ਰਾਈਸ ਅਗਰ 35% ਡਿੱਗ ਜਾਏ ਉਹ 65% ਰਹਿ ਜਾਂਦਾ ਵਾ। 65% ਦਾ ਮਤਲਬ ਹੁੰਦਾ ਵਾ 65 ਜੋ ਹੈ 5 ਦਾ 13ਵਾਂ ਮਲਟੀਪਲ ਹੈ। ਨੀਚੇ ਕਿੰਨਾ ਆ ਗਿਆ 20 ਦਾ ਮਤਲਬ 20 ਵਾਲਾ ਪ੍ਰਾਈਸ 13 ਰਹਿ ਗਿਆ। ਫਿਰ 15% ਘਟ ਗਿਆ ਤਾਂ 85 ਰਹਿ ਗਿਆ, ਉਹ ਹੁੰਦਾ 17/20। ਫਿਰ 15% ਘਟ ਗਿਆ 17/20। ਫਿਰ ਉਹ ਕਹਿੰਦਾ ਪਿਆ 3 ਮਹੀਨੇ ਘਟਣ ਤੋਂ ਬਾਅਦ 40% ਵੱਧ ਗਿਆ। ਦੇਖੋ 40% ਕੀ ਹੁੰਦਾ 2/5, ਪਰ ਇਹ ਵੱਧ ਗਿਆ 100 ਦੇ ਉੱਤੇ। 100 ਕਿੱਦਾਂ ਲਿਖਦੇ ਆ 5/5। ਇਹਦਾ ਮਤਲਬ ਕਿੰਨਾ ਆਊਗਾ 7/5। ਫ੍ਰੈਕਸ਼ਨਸ ਆਉਣੀਆਂ ਬਹੁਤ ਜ਼ਰੂਰੀ ਹੈ, ਤਾਂ ਹੀ ਮੈਂ ਫਾਸਟ ਕਰ ਸਕਦਾ ਵਾਂ। ਠੀਕ ਹੈ, ਅਸੀਂ ਸਟਾਰਟ ਹੀ ਫ੍ਰੈਕਸ਼ਨਸ ਤੋਂ ਕਰਦੇ ਹਾਂ ਕਿਉਂਕਿ ਇਹ ਤੋਂ ਬਿਨਾਂ ਕੋਈ ਕੁਐਸਚਨ ਸੋਲਵ ਨਹੀਂ ਹੁੰਦਾ। ਹੋ ਜਾਂਦਾ ਵਾ ਟਾਈਮ ਬਹੁਤ ਲੱਗਦਾ, ਟਾਈਮ ਕੰਜ਼ਿਊਮਿੰਗ ਕਨਸੈਪਟ ਹੋ ਜਾਂਦਾ ਸਾਰਾ। ਹੁਣ ਇਹ ਸਾਡੇ ਕੋਲ ਆ ਗਿਆ। ਹੁਣ ਉਹ ਕਹਿੰਦਾ ਵਟ ਪਰਸੈਂਟ। ਹੁਣ ਅਸੀਂ ਦੱਸਣਾ ਵਾ ਇਹ ਸਾਡੇ ਕੋਲ ਪਹਿਲੇ ਵਾਲਾ ਪ੍ਰਾਈਸ ਹੈ, ਇਹ ਹੁਣ ਪ੍ਰੈਜ਼ੈਂਟ ਹੈ। ਘਟਣ ਵਧਣ ਤੋਂ ਬਾਅਦ ਅਸੀਂ ਦੱਸਣਾ ਵਾ ਕਿੰਨਾ ਡਿਕਰੀਜ਼ ਜਾਂ ਇਨਕਰੀਜ਼ ਹੋਇਆ ਵਾ। ਠੀਕ ਹੈ ਜੀ, ਧਿਆਨ ਨਾਲ ਦੇਖੋ ਕੋਈ ਕਟਿੰਗ ਹੋ ਰਹੀ ਹੈ ਨਹੀਂ ਹੋ ਰਹੀ। ਹੁਣ ਇੱਥੇ ਦੇਖਦੇ ਹਾਂ 2 2 ਜਾਂ 4 2 ਜਾਂ 8 8 5 ਜਾਂ 40 ਤੇ 3 0। ਇੱਥੇ ਆ ਗਿਆ ਮੇਰੇ ਕੋਲ 40000। ਨੀਚੇ ਨੰਬਰ ਆ ਗਿਆ 40000 ਜਿਹੜਾ ਵਾ ਐਕਚੁਅਲ ਪ੍ਰਾਈਸ ਹੈ। ਹੁਣ ਉੱਪਰ ਦੇਖਣਾ ਘਟਿਆ ਕਿ ਵਧਿਆ। 17 ਦਾ ਸਕੁਅਰ ਹੁੰਦਾ ਵਾ ਸਾਡੇ ਕੋਲ 289। ਤੇ ਅਗਰ ਮੈਂ ਇਹਦੀ ਗੱਲ ਕਰਾਂ ਤੇ 7 3 ਦਾ ਕਿੰਨਾ ਹੁੰਦਾ 21 ਤੇ 7 ਵਿਨ ਦਾ 7 ਇੱਥੇ ਆ ਗਿਆ 91। ਸੋ ਇਹਦੀ ਮਲਟੀਪਲੀਕੇਸ਼ਨ ਕਰਨੀ ਹੈ। 1 ਦੀ ਮਲਟੀਪਲੀਕੇਸ਼ਨ ਨਹੀਂ ਤਾਂ ਮੈਂ ਕੀ ਲਿਖ ਦੂੰਗਾ 289 ਐਸ ਸੱਚ। 9 ਨੂੰ 9 ਨਾਲ ਕਰਾਂਗੇ ਤਾਂ 81 8 ਕੈਰੀ। 9 ਨੂੰ 8 ਨਾਲ ਕਰਾਂਗੇ 72 8 ਕੈਰੀ ਹੋਇਆ ਸੀ 80। ਇੱਥੇ ਆ ਗਿਆ 0 8 ਕੈਰੀ ਹੋ ਗਿਆ 9 2 ਜਾਂ 18। 18 ਤੇ 8 ਕਿੰਨੇ ਹੁੰਦੇ 26। ਸੋ ਮੇਰੇ ਕੋਲ ਆ ਜਾਊਗਾ 26289। ਕਿੰਨਾ ਆ ਗਿਆ 26289। ਠੀਕ ਹੈ ਜੀ। टू 89 9 9 जा 81 9 72 80 8 0 9 2 जा 18 6। ठीक है 26299 आ गया। ਹੁਣ ਮੈਂ ਦੇਖਣਾ ਵਾ ਕਿ ਇਹ ਘਟਿਆ ਕਿੰਨਾ। ਪਹਿਲਾਂ ਇੰਨਾ ਸੀਗਾ, ਇੰਨਾ ਹੋ ਗਿਆ, ਘਟਿਆ ਕਿੰਨਾ। ਦੇਖੋ 10 ਚੋਂ 9 ਗਏ 1 ਆ ਗਿਆ। 9 ਚੋਂ 8 ਗਏ 1 ਆ ਗਿਆ।
9 ਚੋਂ 2 ਗਏ 7 ਆ ਗਿਆ, 9 ਚੋਂ 6 ਗਏ ਤਾਂ 3 ਆ ਗਿਆ, 3 ਚੋਂ 2 ਗਏ ਤਾਂ 1 ਆ ਗਿਆ। ਠੀਕ ਹੈ ਜੀ। ਹੁਣ ਧਿਆਨ ਨਾਲ ਦੇਖੋ ਇੱਕ ਗੱਲ ਕਿ ਮੇਰੇ ਕੋਲ ਕਿੰਨਾ ਰਹਿ ਗਿਆ, 40,000 ਤੋਂ ਕੱਟ ਕੇ ਇੰਨਾ ਰਹਿ ਗਿਆ। ਹੁਣ ਦੇਖੋ ਇਹਨੂੰ ਨਾ ਮੈਂ 1 ਦੀ ਫਾਰਮ 'ਚ ਅਗਰ ਮੈਂ ਕਨਵਰਟ ਕਰ ਲਵਾਂ, ਠੀਕ ਹੈ, ਜਾਂ ਤਾਂ ਦੇਖੋ ਇੱਦਾਂ ਕਰ ਲੈਂਦੇ ਆ, ਧਿਆਨ ਨਾਲ ਸਮਝੋ। ਇਹ 2 0 ਅਗਰ ਮੈਂ ਖਤਮ ਕਰ ਦੂੰਗਾ ਤਾਂ ਪੁਆਇੰਟ ਲੱਗ ਜਾਊਗਾ ਇੱਥੇ। ਹੁਣ ਇਹ ਨੰਬਰ ਨੂੰ ਅਗਰ ਮੈਂ 4 ਨਾਲ ਡਿਵਾਈਡ ਕਰ ਦੂੰਗਾ ਤਾਂ 100 ਆ ਜਾਊਗਾ, ਤਾਂ ਪਰਸੈਂਟ 'ਚ ਤਾਂ ਪਰ 100 ਚਾਹੀਦਾ ਵਾ। ਇਹਦਾ ਮਤਲਬ ਇਹਨੂੰ ਅਸੀਂ 4 ਨਾਲ ਡਿਵਾਈਡ ਕਰ ਲਾਂ, ਇਹਨੂੰ 4 ਨਾਲ ਕਰਾਂਗੇ ਤਾਂ ਉੱਪਰ ਨੰਬਰ ਨੂੰ ਵੀ 4 ਨਾਲ ਕਰਾਂਗੇ, 4 ਨੂੰ 3 ਨਾਲ ਕਰਾਂਗੇ ਤਾਂ 12। ਸੋ 3 ਵਾਲਾ ਆਪਸ਼ਨ ਦੇਖ ਲਓ ਹੈਗਾ ਵਾ, ਹੈਗਾ। ਅੱਛਾ ਨੰਬਰ ਘਟਿਆ ਵਾ ਤਾਂ ਡਿਕਰੀਜ਼ ਵਾਲੇ ਆਪਸ਼ਨ ਆਣੇ ਆ, ਇਨਕਰੀਜ਼ ਵਾਲੇ ਆਪਸ਼ਨ ਨਹੀਂ ਆਣੇ। 4 3 ਜਾਂ 12, ਇੱਥੇ ਕੀ ਬਚ ਗਿਆ 1 7, 4 4 ਜਾਂ 16। 34 ਵਾਲਾ ਕਿਹੜਾ ਆਪਸ਼ਨ ਹੈ ਡਿਕਰੀਜ਼ ਦੇ ਵਿੱਚ? 34 ਵਾਲਾ ਇਹ ਆਪਸ਼ਨ ਹੈ। ਤਾਂ ਸਾਡਾ ਆਨਸਰ ਆ ਗਿਆ, ਬਸ ਹੋਰ ਕੁਝ ਕਰਨ ਦੀ ਲੋੜ ਨਹੀਂ। ਮੈਂ ਕੀ ਕੀਤਾ ਦੇਖੋ, 40,000 ਵਾਲੀ ਚੀਜ਼ 26,299 ਰਹਿ ਗਈ, ਕਿੰਨੀ ਘਟ ਗਈ? ਇਹ ਘਟ ਗਈ 13,711। ਹੁਣ ਦੇਖੋ 40,000 ਦੇ 2 0 ਦਾ ਮੈਂ ਡੈਸੀਮਲ ਐਡਜਸਟ ਕੀਤਾ ਤੇ ਮੈਂ ਦੋ ਨੰਬਰ ਤੋਂ ਪਹਿਲਾਂ ਡੈਸੀਮਲ ਲਗਾਤਾ। ਹੁਣ 400 ਰਹਿ ਗਿਆ, 400 ਨੂੰ 100 ਬਣਾਉਣ ਲਈ 4 ਨਾਲ ਡਿਵਾਈਡ ਕਰਾਂਗੇ। 100 ਕਿਉਂ ਬਣਾਉਂਦੇ ਆਪਾਂ? ਪਰਸੈਂਟ, ਪਰਸੈਂਟ ਮੀਨਸ ਪਰ 100। ਤਾਂ ਇਹਨੂੰ ਵੀ 4 ਨਾਲ, ਜਦੋਂ ਮੈਂ ਉੱਪਰ ਵਾਲੇ ਨੰਬਰ ਨੂੰ ਵੀ 4 ਨਾਲ ਡਿਵਾਈਡ ਕੀਤਾ, ਮੇਰੇ ਕੋਲ ਆ ਗਿਆ 34 ਪੁਆਇੰਟ ਸਮਥਿੰਗ। 34 ਪੁਆਇੰਟ ਸਮਥਿੰਗ ਹੀ ਸਾਡਾ ਆਨਸਰ ਹੈ। ਠੀਕ ਹੈ ਜੀ। ਚਲੋ ਲਾਸਟ ਕੁਐਸਚਨ ਕਰਦੇ ਹਾਂ ਅੱਜ ਦੇ ਇਹਦਾ। ਇਹ ਵੀ ਵਧੀਆ ਕੁਐਸਚਨ ਹੈ। ਉਹ ਕਹਿੰਦਾ ਟ੍ਰੇਡਰ ਗੇਨ 74% ਬਾਈ ਸੈਲਿੰਗ ਦ ਆਰਟੀਕਲ ਆਫਟਰ 2 ਸਕਸੈਸਿਵ ਡਿਸਕਾਊਂਟ ਆਫ ਦਿਸ ਐਂਡ ਦਿਸ ਔਨ ਦਾ ਮਾਰਕਟ ਪ੍ਰਾਈਸ। ਦੇਖੋ ਕਹਿੰਦਾ ਇੱਕ ਸੈਲਰ ਹੈ, ਉਹਨੂੰ 74% ਦਾ ਪ੍ਰੋਫਿਟ ਹੋਇਆ, ਤਾਂ ਮੈਂ ਲਿਖ ਸਕਦਾ ਕਾਸਟ ਪ੍ਰਾਈਸ ਤੇ 74% ਦਾ ਪ੍ਰੋਫਿਟ ਹੋ ਜਾਊਗਾ ਤਾਂ ਕੀ ਆ ਜਾਊਗਾ? ਸੈਲਿੰਗ ਪ੍ਰਾਈਸ। ਤੇ ਮਾਰਕਟ ਪ੍ਰਾਈਸ ਜਦੋਂ ਡਿਸਕਾਊਂਟ ਹੁੰਦਾ ਵਾ ਤਾਂ ਵੀ ਕੀ ਆਂਦਾ? ਸੈਲਿੰਗ ਪ੍ਰਾਈਸ। ਸੋ ਮਾਰਕਟ ਪ੍ਰਾਈਸ ਤੇ ਡਿਸਕਾਊਂਟ ਕਿੰਨਾ ਵਾ? ਪਹਿਲਾਂ ਉਹ ਕਹਿੰਦਾ 80% ਡਿਸਕਾਊਂਟ ਹੋ ਗਿਆ ਤਾਂ ਬਚਿਆ ਕਿੰਨਾ? 20%। 20% ਹੁੰਦਾ 1/5। ਫਿਰ ਡਿਸਕਾਊਂਟ ਹੋ ਗਿਆ 18% ਤਾਂ ਬਚਿਆ ਕਿੰਨਾ? 82%। 82 ਨੂੰ ਲਿਖਾਂਗੇ 41/50। ਠੀਕ ਹੈ। ਹੁਣ ਅਗਰ ਮੈਂ ਇਹਦੀ ਰੇਸ਼ੋ ਨਿਕਾਲਣਾ ਕਾਸਟ ਪ੍ਰਾਈਸ ਬਾਏ ਮਾਰਕਟ ਪ੍ਰਾਈਸ ਦੀ ਤਾਂ ਕਿੰਨੀ ਆਉਂਗੀ? ਧਿਆਨ ਨਾਲ ਦੇਖਿਓ। 1 into 41 upon 5 into 50 into ਇਹ ਨੰਬਰ ਇੱਥੇ ਆ ਗਿਆ 174, ਉੱਪਰ ਨੰਬਰ ਆ ਗਿਆ 100। ਠੀਕ ਹੈ। ਇਹ ਕਾਸਟ ਪ੍ਰਾਈਸ ਹੈ, ਇਹ ਮਾਰਕਟ ਪ੍ਰਾਈਸ ਹੈ। ਹੁਣ ਅੱਗੇ ਕਹਿ ਰਿਹਾ ਕਿ ਕਾਸਟ ਪ੍ਰਾਈਸ ਨੂੰ 50% ਤੋਂ ਵਧਾ ਦਿੱਤਾ ਗਿਆ। ਦੇਖੋ ਮੈਂ ਇੱਥੇ ਹੀ ਕਰੂੰਗਾ ਕੈਲਕੂਲੇਸ਼ਨ। 50% ਦਾ ਮਤਲਬ ਹੁੰਦਾ ਵਾ ਕਿ 1.5 ਗੁਣਾ ਕਰਤਾ। 1.5 ਗੁਣਾ ਨੂੰ ਆਪਾਂ ਲਿਖੀਦਾ ਵਾ 3/2। ਇਹ ਕਾਸਟ ਪ੍ਰਾਈਸ ਨੂੰ ਮੈਂ 3/2 ਨਾਲ ਮਲਟੀਪਲਾਈ ਕਰਤਾ। ਉਹ ਕਹਿੰਦਾ ਕਿ ਹੁਣ ਦੱਸੋ ਮਾਰਕਟ ਪ੍ਰਾਈਸ ਨਹੀਂ ਚੇਂਜ ਹੋਇਆ, ਇਹ ਮਾਰਕਟ ਪ੍ਰਾਈਸ ਤੇ ਮੈਂ ਕਿੰਨਾ ਡਿਸਕਾਊਂਟ ਕਰਾਂ? ਕਹਿੰਦਾ what single discount percentage should be give on the same marked price to get the same profit percentage as earlier। ਮੈਂ ਕਿੰਨਾ ਡਿਸਕਾਊਂਟ ਦਵਾਂ ਕਿ ਮੈਨੂੰ ਕਿੰਨਾ ਪ੍ਰੋਫਿਟ ਹੋ ਜਾਏ? ਜਿੰਨਾ ਪ੍ਰੋਫਿਟ ਪਰਸੈਂਟੇਜ ਪਹਿਲਾਂ ਹੋਇਆ ਸੀ 74%। ਇਹ ਉੱਪਰ ਵਾਲਾ ਨੰਬਰ ਤਾਂ ਹਜੇ ਕਾਸਟ ਪ੍ਰਾਈਸ ਹੈ, ਤਾਂ ਮੈਨੂੰ ਸੈਲਿੰਗ ਪ੍ਰਾਈਸ ਬਣਾਉਣਾ ਪਊਗਾ 74% ਦਾ ਪ੍ਰੋਫਿਟ। 74% ਦਾ ਪ੍ਰੋਫਿਟ ਮੀਨਸ 1.74 ਕਰਨਾ ਪਊਗਾ ਕਾਸਟ ਪ੍ਰਾਈਸ ਨੂੰ, ਜੋ ਇੱਥੇ ਕੀਤਾ ਸੀਗਾ। तो मैं इत्थे लिख दूंगा 174/100। ਹੁਣ ਸਾਡੇ ਕੋਲ ਉੱਪਰ ਵਾਲਾ ਨੰਬਰ ਹੈ ਇਹ ਸੈਲਿੰਗ ਪ੍ਰਾਈਸ ਬਣ ਗਿਆ ਵਾ, ਨੀਚੇ ਵਾਲਾ ਨੰਬਰ ਤਾਂ ਸੇਮ ਮਾਰਕਡ ਪ੍ਰਾਈਸ ਹੈ। ਉਹਨੇ ਕਿਹਾ ਹੋਇਆ ਸੇਮ ਮਾਰਕਡ ਪ੍ਰਾਈਸ। ਠੀਕ ਹੈ ਜੀ। ਹੁਣ ਇਹਦੇ ਤੇ ਮੈਂ ਕਿੰਨਾ ਡਿਸਕਾਊਂਟ ਕਰਾਂ ਕਿ ਸੈਲਿੰਗ ਪ੍ਰਾਈਸ ਇੰਨਾ ਆ ਜੇ? ਮੈਨੂੰ ਉਹ ਆਨਸਰ ਦੱਸਣਾ ਕਿੰਨਾ ਡਿਸਕਾਊਂਟ ਹੈ। ਹੁਣ ਇਹਨੂੰ ਆਪਾਂ ਸੋਲਵ ਕਰਾਂਗੇ, ਇਹਨੂੰ ਈਜ਼ੀ ਕਰਾਂਗੇ। ਦੇਖੋ 174 ਨਾਲ 174 ਕੱਟ ਗਿਆ, 50 + 15 × 100 100 ਨਾਲ 100 ਕੱਟ ਗਿਆ। ਹੁਣ ਧਿਆਨ ਦਿੰਦੇ ਆ ਉੱਪਰ ਰਹਿ ਕੀ ਗਿਆ। देखो 3 1 3 ਤੇ 4 3 12, ਉੱਪਰ ਰਹਿ ਗਿਆ 123, ਨੀਚੇ ਕੀ ਰਹਿ ਗਿਆ? ਨੀਚੇ ਰਹਿ ਗਿਆ ਸਾਡੇ ਕੋਲ 500। ਨੀਚੇ ਕੀ ਰਹਿ ਗਿਆ? 500। ਹੁਣ ਕੁਐਸਚਨ ਖਤਮ ਹੈ। ਉਹ ਕਹਿੰਦਾ ਕਿੰਨਾ ਡਿਸਕਾਊਂਟ ਦੇਣਾ ਸੀ? ਤੁਸੀਂ ਧਿਆਨ ਦਿਓ, ਅਗਰ 123 ਦੀ ਜਗ੍ਹਾ ਤੇ 125 ਲਿਖਿਆ ਹੁੰਦਾ ਤਾਂ 500 ਦਾ ਚੌਥਾ ਹਿੱਸਾ ਲਿਖਿਆ ਉੱਪਰ, 500 ਦਾ ਚੌਥਾ ਹਿੱਸਾ, 500 ਦਾ ਅੱਧਾ 250, 250 ਦਾ ਅੱਧਾ 125। ਸੋ ਇਹਦਾ ਮਤਲਬ ਕੀ ਹੈ? ਕਿੰਨਾ ਡਿਸਕਾਊਂਟ ਦੇ ਦਿੱਤਾ ਗਿਆ ਹੈਗਾ ਵਾ? 75% ਦਾ ਡਿਸਕਾਊਂਟ ਹੈ। ठीक है, 75 तो ज्यादा डिस्काउंट है। सो 75 तो ज्यादा 75.4 साडा आंसर आऊंगा, बाकी ऑप्शंस नहीं आऊंगे। समझ रहे हो गल नूं? अगर 125 है ਇਹਦਾ मतलब ਕੀ ਹੈ ਕਿ 500 ਦੇ ਉੱਤੇ ਡਿਸਕਾਊਂਟ ਕਰਨ ਤੋਂ ਬਾਅਦ ਚੀਜ਼ 125 ਦੀ ਵਿਕੀ, ਤਾਂ ਡਿਸਕਾਊਂਟ ਕਿੰਨਾ? ਬਾਕੀ ਡਿਸਕਾਊਂਟ ਹੈ ਤੇ 125 ਜਿਹੜਾ ਵਾ ਉਹ 25% ਬਣਦਾ ਵਾ। ਇਹਦਾ ਮਤਲਬ ਪ੍ਰਾਈਸ 25% ਰਹਿ ਗਿਆ, ਬਾਕੀ 75% ਕੀ ਹੈ? ਡਿਸਕਾਊਂਟ ਹੈ ਸਾਡੇ ਕੋਲ। ਠੀਕ ਹੈ ਜੀ, ਸਮਝ ਗਏ? ਚਲੋ तो ਅਗੇਨ ਅਗਰ ਇਹਦੀ PDF ਤੁਹਾਨੂੰ ਚਾਹੀਦੀ ਹੈ ਟੈਲੀਗ੍ਰਾਮ ਚੈਨਲ ਤੇ ਮਿਲ ਜਾਊਗੀ, ਡਿਸਕ੍ਰਿਪਸ਼ਨ ਬਾਕਸ ਟੈਲੀਗ੍ਰਾਮ ਚੈਨਲ ਦਾ ਲਿੰਕ ਦਿੱਤਾ ਹੋਇਆ ਵਾ। ਦੂਸਰੀ ਗੱਲ, ਅਗਰ ਤੁਸੀਂ ਆਫਲਾਈਨ ਬੈਚ ਜੁਆਇਨ ਕਰਨਾ ਚਾਹੁੰਦੇ ਹੋ, ਅੰਮ੍ਰਿਤਸਰ ਦੇ ਆਸ-ਪਾਸ ਡਿਸਟ੍ਰਿਕਟ 'ਚ ਹੋ, ਅੰਮ੍ਰਿਤਸਰ 'ਚ ਹੋ, ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਗਿਆਨਮ ਇੰਸਟੀਚਿਊਟ ਅੰਮ੍ਰਿਤਸਰ, ਜੋ ਕਿ ਆਪੋਜ਼ਿਟ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ UT ਮਾਰਕੀਟ ਦੇ ਵਿੱਚ। ਠੀਕ ਹੈ ਜੀ, ਥੈਂਕ ਯੂ, ਆਲ ਦਾ ਬੈਸਟ।